14 ਲੱਖ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ ਹਿੰਦੁਸਤਾਨ ਦੇ ਕਿਸਾਨਾਂ ਨੂੰ। क्या साडे देश ਨੂੰ ਇਹ ਚਿੰਤਾ ਦਾ ਵਿਸ਼ੇ ਨਹੀਂ ਹੈਗਾ ਕਿ ਵੀ ਕਿਉਂ ਇੱਕ ਕਿਸਾਨ ਇੰਨਾ ਦਬਿਆ ਹੋਇਆ ਹੈਗਾ ਜਾਂ ਮਰ ਰਿਹਾ ਹੈਗਾ? ਸਭ ਨੂੰ ਪਤਾ ਹੋਣਾ ਚਾਹੀਦਾ ਕਿ ਵੀ ਅਸੀਂ ਕਿਸ ਤਰੀਕੇ ਨਾਲ ਕਿਸਾਨ ਨੂੰ ਜਬਰਨ ਉਸ ਪੋਜੀਸ਼ਨ ਤੇ ਰੱਖਿਆ ਹੋਇਆ ਕਿ ਕਦੀ ਉੱਠ ਹੀ ਨਾ ਪਾਏ। ਮੈਨੂੰ ਲੱਗਦਾ ਕਿ ਆਤਮ ਨਿਰਭਰ ਭਾਰਤ ਦਾ ਰਸਤਾ ਉਹ ਖੇਤੀ ਚੋਂ ਹੀ ਹੋ ਕੇ ਜਾਂਦਾ ਹੈ। ਜਿਸ ਦੇਸ਼ ਦਾ 50% ਪੋਪੂਲੇਸ਼ਨ ਜਿਹੜੀ ਹੈਗੀ ਹੈ ਉਹ ਇਨਕਮ ਵਾਸਤੇ ਵੀ ਤਰਸ ਰਹੀ ਹੈ। ਇੰਡੀਆ ਦੀ ਜਿਹੜੀ ਇਕਨੋਮਿਕ ਪਾਲਿਸੀ ਹੈ ਉਹ ਸਰਕਾਰ ਕੋਈ ਵੀ ਰਹੀ ਹੋਵੇ ਪਿਛਲੇ ਦੌਰ 'ਚ, ਉਹ ਇੱਕ ਸੇਮ ਤਰ੍ਹਾਂ ਦੀ ਪਾਲਿਸੀ ਹੈ ਔਰ ਉਸ ਪਾਲਿਸੀ ਦੇ ਤਹਿਤ ਕਿਹੜੇ ਸੈਕਟਰਾਂ ਨੂੰ ਅੱਗੇ ਵਧਾਉਣਾ ਔਰ ਕਿਹੜੇ ਸੈਕਟਰਾਂ ਨੂੰ ਪਿੱਛੇ ਧੱਕਣਾ। ਜਾਂ ਆਪਾਂ ਦੁਨੀਆ ਦੇ ਅੰਦਰ ਵੀ ਗੱਲ ਕਰ ਲਈ, ਦੁਨੀਆ ਦੇ ਅੰਦਰ ਵੀ ਲਗਭਗ ਵੀ ਐਗਰੀਕਲਚਰ ਜਿੱਥੇ ਬਚੀ ਆ ਠੀਕ ਆ ਉੱਥੇ ਸਬਸਿਡਾਈਜ਼ ਕਰ ਰਿਹਾ ਕੋਈ ਨਹੀਂ, ਉਹਨੂੰ ਐਗਰੀਕਲਚਰ ਦੀ ਅੱਗੇ ਗਰੋਥ ਹੋਵੇ ਇਹਦੇ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕਿਤੇ ਵੀ। ਪ੍ਰਯਾਸ ਜਿਹੜਾ ਹੈਗਾ ਇੰਡੀਆ 'ਚ ਹੋਏ ਜਾਂ ਗਲੋਬਲੀ ਹੋਏ ਉਹ ਇਹ ਹੈ ਕਿ ਖੇਤੀ 'ਚੋਂ ਲੋਕਾਂ ਨੂੰ ਕੱਢੋ। ਉਹਨਾਂ ਦਾ ਇਕਨੋਮਿਕ ਗਰੋਥ ਮਾਡਲ ਇਹ ਕਹਿੰਦਾ ਹੈ ਕਿ ਜਿੰਨੇ ਜ਼ਿਆਦਾ ਲੋਕੀ ਖੇਤੀ ਵਿੱਚ ਹੋਣਗੇ ਉਹਨਾਂ ਤੁਹਾਡਾ ਗਰੋਥ ਨਹੀਂ ਹੋ ਸਕਦੀ ਹੈ। ਸਾਡੀ ਲੀਡਰਸ਼ਿਪ ਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ ਕਿ ਅਸੀਂ ਕਿਉਂ ਉਸ ਬਲਾਈਂਡਲੀ ਮਾਡਲ ਨੂੰ ਲੈ ਕੇ ਚੱਲੇ ਹੋਏ ਹਾਂ ਜਿਹੜਾ ਕਹਿੰਦਾ ਕਿ ਲੋਕਾਂ ਨੂੰ ਪਿੰਡਾਂ 'ਚੋਂ ਕੱਢੋ ਸ਼ਹਿਰ ਤਰਫ ਲੈ ਕੇ ਆਓ। ਮੈਨੂੰ ਲੱਗਦਾ ਕਿ ਸਾਡੇ ਕੋਲ ਜਿਹੜਾ ਕਰਨ ਦੀ ਜ਼ਰੂਰਤ ਹੈਗੀ ਹੈ ਉਹ ਸਾਨੂੰ ਪਿੰਡਾਂ ਨੂੰ ਰੀਬਿਲਡ ਕਰਨ ਦੀ ਜ਼ਰੂਰਤ ਹੈਗੀ। ਮੇਰਾ ਮੰਨਣਾ ਇਹ ਹੈ ਕਿ ਐਗਰੀਕਲਚਰ ਇਜ਼ ਦੀ ਸੈਕਿੰਡ ਇੰਜਨ ਆਫ ਗਰੋਥ। ਜਦ ਸਾਡੇ ਇੱਥੇ ਇਕਨੋਮਿਕ ਲਿਬਰਲਾਈਜੇਸ਼ਨ ਆਈ ਹੈ ਉਸ ਸਮੇਂ ਦੇ ਜਿਹੜੇ ਕਰਤਾ ਧਰਤਾ ਸੀਗੇ ਜਾਂ ਨਿਰਧਾਰਕ ਸੀਗੇ ਉਹਨਾਂ ਨੇ ਇੱਕ ਗਲਤੀ ਕੀਤੀ ਹੈਗੀ ਹੈ ਔਰ ਉਹ ਗਲਤੀ ਕੀਤੀ ਕਿ ਉਹਨਾਂ ਨੇ ਇੰਡਸਟਰੀ ਨੂੰ ਉਹਨਾਂ ਨੇ ਇੰਜਨ ਆਫ ਗਰੋਥ ਬਣਾਇਆ ਸਿਰਫ, ਔਰ ਐਗਰੀਕਲਚਰ ਨੂੰ ਤਾਂ ਇਗਨੋਰ ਕਰਨ ਦੀ ਗੱਲ ਕੀਤੀ ਹੈ। ਸਾਡੇ ਉਸ ਜਿਹੜੇ ਵੀ ਪਾਲਿਸੀ ਮੇਕਰ ਸੀ ਉਸ ਟਾਈਮ ਉਹਨਾਂ ਨੇ ਅਗਰ ਐਗਰੀਕਲਚਰ ਨੂੰ ਸੈਕਿੰਡ ਇੰਜਨ ਆਫ ਗਰੋਥ ਬਣਾਇਆ ਹੁੰਦਾ ਸਾਡੇ ਦੇਸ਼ ਦਾ ਜਿਹੜਾ ਇਕਨੋਮਿਕ ਫੇਸ ਆ ਉਹ ਕਿਸੇ ਹੋਰ ਲੈਵਲ ਤੇ ਹੋਣਾ ਸੀਗਾ। ਤੇ ਸਾਡੀਆਂ ਕਿਸਾਨ ਯੂਨੀਅਨਾਂ ਨੇ ਜਿਨ੍ਹਾਂ 'ਚ ਇਕਨੋਮਿਕ ਡਾਟੇ ਨੂੰ ਲੈ ਕੇ ਇਸ ਤਰ੍ਹਾਂ ਦੀ ਕੱਲੀ ਸਵਾਮੀਨਾਥਨ ਰਿਪੋਰਟ ਤੋਂ ਬਿਨਾਂ ਕਦੇ ਚਰਚਾ ਨਹੀਂ ਹੁੰਦੀ। ਅਗਰ ਅਸੀਂ MSP ਨੂੰ ਅੱਜ ਲਾਗੂ ਕਰ ਦਈਏ ਕਿ ਵੀ MSP ਤੋਂ ਥੱਲੇ ਖਰੀਦ ਨਹੀਂ ਹੋਏਗੀ, ਸਰਕਾਰ ਦੇ ਉੱਪਰ 36,150 ਕਰੋੜ ਦਾ ਬਰਡਨ ਹੈ। ਇਸ ਹਿੰਦੁਸਤਾਨ ਵਿੱਚ ਕਿਆ ਅਸੀਂ ਕਿਸਾਨਾਂ ਵਾਸਤੇ 36,150 ਕਰੋੜ ਦਾ ਪ੍ਰਾਵਧਾਨ ਨਹੀਂ ਕਰ ਸਕਦੇ? ਇਟ ਇਜ਼ ਅ ਡ੍ਰੌਪ ਇਨ ਦੀ ਓਸ਼ਨ, ਤੁਸੀਂ ਮੰਨੋਗੇ? ਹਾਂਜੀ, ਲੇਕਿਨ ਨਹੀਂ ਕੀਤਾ ਜਾਂਦਾ। ਕਿਉਂ? ਕਿਉਂਕਿ ਇੱਕ ਨੈਰੇਟਿਵ ਬਣਾਤਾ ਗਿਆ। ਅਸੀਂ 15 ਲੱਖ ਕਰੋੜ ਰੁਪਏ ਕਾਰਪੋਰੇਟ ਦਾ ਰਾਈਟ ਆਫ ਕਰ ਦਿੰਦੇ ਹੈਗੇ ਪਿਛਲੇ 10 ਸਾਲਾਂ ਵਿੱਚ, ਲੇਕਿਨ 36,000 ਕਰੋੜ ਰੁਪਏ ਦੇਣ ਵਾਸਤੇ ਤੁਸੀਂ ਦੇਖੋ ਕੋਈ ਇਕੋਨਮਿਸਟ ਨਹੀਂ ਖੜਾ ਹੁੰਦਾ ਬੋਲਣ ਵਾਸਤੇ, ਕੋਈ ਵਾਈਸ ਚਾਂਸਲਰ ਨਹੀਂ ਖੜਾ ਹੁੰਦਾ, ਕੋਈ ਚੀਫ ਮਿਨਿਸਟਰ ਨਹੀਂ ਖੜਾ ਹੁੰਦਾ ਕਿ ਵੀ ਇਹ 36,000 ਕਰੋੜ ਰੁਪਏ ਕਿਸਾਨਾਂ ਨੂੰ ਦਿਓ ਔਰ ਦੇਸ਼ ਦੀ ਖੁਸ਼ਹਾਲੀ ਹੋ ਜਾਏਗੀ। ਬਹੁਤ ਕਲੀਅਰ ਸੀਗਾ ਮੈਨੂੰ ਮੈਸੇਜ ਪ੍ਰੋਫੈਸਰ ਸਵਾਮੀਨਾਥਨ ਦਾ ਕਿ ਇਸ ਕਿਸਾਨ ਨੂੰ ਸੈਂਟਰ 'ਚ ਰੱਖ ਕੇ ਤੁਸੀਂ ਸੋਚ ਆਪਣੀ ਉੱਤੇ ਪ੍ਰਗਟ ਕਰਨੀ ਹੈ। ਹੋ ਸਕਦਾ ਗਾ ਕੋਈ ਸੰਭਵ ਹੈ ਕਿਉਂਕਿ ਆਪਾਂ ਸਰਕਾਰਾਂ ਸਾਰੀਆਂ ਦੇਖੀਆਂ ਨੇ, ਆਪਾਂ ਕਾਂਗਰਸ ਦੀ ਸਰਕਾਰ ਵੀ ਦੇਖੀ ਹੈ ਜਿਹੜੇ ਹੁਣ ਰਾਹੁਲ ਗਾਂਧੀ ਪੂਰੇ ਕ੍ਰਾਂਤੀਕਾਰੀ ਬਣ ਜਾਂਦੇ ਨੇਗੇ ਕਿ ਅਸੀਂ ਐਂ ਕਰਾਂਗੇ। ਜਦੋਂ ਮੌਕਾ ਸੀਗਾ ਉਹਨਾਂ ਦੀ ਸਰਕਾਰ 'ਚ ਵੀ ਕੁਝ ਨਹੀਂ ਹੋਇਆ। ਫਿਰ ਆਪਾਂ ਸੰਘ ਦੇਖਿਆ, BJP ਦੇਖਿਆ, ਉਹ ਵੀ ਲਗਾਤਾਰ ਕਹਿੰਦੇ ਰਹੇ ਕਿ ਜਦੋਂ ਸਾਡੇ ਕੋਲ ਅਸੀਂ ਮਾਡਲ ਲੈ ਆਵਾਂਗੇ, ਅਸਲੀ ਮਾਡਲ ਜਿਹੜਾ ਸਵਦੇਸ਼ੀ ਦਾ ਜਾਂ ਜਿਹੜਾ ਐਗਰੀਕਲਚਰ ਓਨ ਮਾਡਲ। ਐਗਰੀਕਲਚਰ ਨੂੰ ਆਪਾਂ ਮੋਹਨ ਭਾਗਵਤ ਜੀ ਨੂੰ ਸੁਣਿਆ ਸੀ ਇੱਕ ਵਾਰ ਸਟੇਜ ਤੋਂ ਕਿ ਐਗਰੀਕਲਚਰ ਇਸ ਦੇਸ਼ ਦਾ ਧਰਮ ਆਗਾ ਨਾ, ਐਗਰੀਕਲਚਰ ਇਜ਼ ਨਾਟ ਧੰਦਾ। 60 ਕਰੋੜ ਲੋਕੀ ਜਿਹੜੇ ਹੈਗੇ ਆ ਖੇਤੀ ਨਾਲ ਜੁੜੇ ਹੈਗੇ ਹੈ ਨਾ ਜੀ। 60 ਕਰੋੜ ਖੇਤੀ ਔਰ ਪਰਿਵਾਰ ਹੈਗੇ ਹੈ ਤਾਂ 60 ਕਰੋੜ ਅਗਰ ਅਸੀਂ ਪਰਿਵਾਰ ਜੋੜ ਕੇ ਦੇਖਦੇ ਹੈਗੇ ਆ ਪਾਪੂਲੇਸ਼ਨ ਦਾ ਹਿੱਸਾ, ਅਗਰ ਉਹ ਕਮਜ਼ੋਰ ਹੈ ਜਾਂ ਜਾਣਬੁੱਝ ਕੇ ਕਮਜ਼ੋਰ ਰੱਖਿਆ ਗਿਆ ਹੈਗਾ ਤਾਂ ਫਿਰ ਉਹਦਾ ਨੁਕਸਾਨ ਤਾਂ ਇਕਨੋਮੀ ਤੇ ਪੈਣਾ ਹੀ ਹੈ ਨਾ। ਕਿ ਬਹੁਤ ਸਾਲ ਪਹਿਲੇ ਜਦ ਵਾਜਪੇਈ ਜੀ ਦੀ ਪਹਿਲੀ ਸਰਕਾਰ ਬਣੀ ਸੀਗੀ 13 ਦਿਨ ਵਾਲੀ, ਉਹਦੇ ਵਿੱਚ ਇੱਕ ਇਹਨਾਂ ਨੇ ਐਕਸਰਸਾਈਜ਼ ਕੀਤੀ ਸੀਗੀ, ਕੁਝ 5-6 ਇਕਨੋਮਿਸਟ ਬੁਲਾਏ ਸੀਗੇ। ਮੇਰਾ ਉੱਥੇ ਆਰਗੂਮੈਂਟ ਸੀਗਾ ਕਿ ਤੁਸੀਂ ਇਹ ਫਿਸਕਲ ਡੈਫਿਸਿਟ ਘੱਟ ਕਰੋ ਔਰ ਕਰੰਟ ਅਕਾਊਂਟ ਡੈਫਿਸਿਟ ਘੱਟ ਕਰੋ, ਇਹੀ ਤੁਹਾਨੂੰ ਇਕਨੋਮਿਸਟ ਦੱਸਦੇ ਹੈਗੇ ਆ। ਮੇਰਾ ਕਹਿਣਾ ਸੀਗਾ ਕਿ ਇਹਦੇ ਨਾਲ ਕੁਝ ਨਹੀਂ ਹੋਣਾ, ਐਂਟੀ ਇਨਕੰਬੈਂਸੀ ਆਏਗੀ। ਤੁਹਾਨੂੰ ਚਾਹੀਦਾ ਹੈਗਾ ਕਿ ਤੁਸੀਂ 60% ਬਜਟ 60% ਪਾਪੂਲੇਸ਼ਨ ਵਾਸਤੇ ਦਿਓ। ਪ੍ਰੋ ਪੰਜਾਬ TV ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਇਸ ਦੇਸ਼ 'ਚ ਐਗਰੀਕਲਚਰ ਨੂੰ ਆਪਣਾ ਕਲਚਰ ਕਿਹਾ ਜਾਂਦਾ, ਖੇਤੀਬਾੜੀ ਨੂੰ ਇੱਕ ਬੜਾ ਪਵਿੱਤਰ ਕਿੱਤਾ ਮੰਨਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਵੀ ਆਖਰੀ ਦਿਨਾਂ 'ਚ ਖੇਤੀਬਾੜੀ ਕਰ ਰਹੇ ਸੀਗੇ। ਪਰ ਇਸ ਦੇਸ਼ ਦੀ ਤਰਾਸਦੀ ਇਹ ਹੈ ਕਿ ਖੇਤੀਬਾੜੀ ਦੇ ਉੱਤੇ ਨਾ ਸੱਤਾ ਦੇ ਗਲਿਆਰਿਆਂ ਚਰਚਾ ਹੁੰਦੀ ਹੈ, ਨਾ ਮੀਡੀਆ 'ਚ ਹੁੰਦੀ ਹੈ, ਨਾ ਪ੍ਰਿਵਿਲੇਜਡ ਲੋਕਾਂ 'ਚ ਹੁੰਦੀ ਹੈ ਕਿ ਇਸ ਗੱਲ ਦਾ ਕੋਈ ਨੈਰੇਟਿਵ ਬਿਲਡ ਹੋਵੇ ਅਤੇ ਖੇਤੀਬਾੜੀ ਦੇ ਉੱਤੇ ਧਿਆਨ ਹੋਵੇ। ਸਰਕਾਰਾਂ ਖੇਤੀਬਾੜੀ 'ਤੇ ਧਿਆਨ ਹੀ ਨਹੀਂ ਦਿੰਦੀਆਂ। ਸਰਵਿਸ ਇੰਡਸਟਰੀ ਜਾਂ ਕਹਿ ਦਿੰਦੇ ਆ ਜੀ ਜਿਹੜਾ ਬਿਜ਼ਨਸ ਸਾਰਾ ਹੋ ਰਿਹਾ ਹੈਗਾ ਉਹਦੇ 'ਤੇ ਦੇਵਾਂਗੇ, ਜਦੋਂ ਕਿ ਉਹ ਬੁਰੀ ਤਰ੍ਹਾਂ ਇਸ ਗੱਲ ਤੋਂ ਪ੍ਰਭਾਵਿਤ ਵੀ ਹੁੰਦੇ ਨੇ ਜਦੋਂ ਖੇਤੀਬਾੜੀ ਦੇ ਉੱਤੇ ਕੋਈ ਅਸਰ ਪੈਂਦਾ। ਪਰ ਖੇਤੀਬਾੜੀ ਅਸੀਂ ਪਿਛਲੇ ਦੌਰ 'ਚ ਦੇਖਿਆ ਕਿਸ ਤਰੀਕੇ ਨਾਲ ਇਗਨੋਰ ਹੋਈ, ਖਾਸ ਤੌਰ 'ਤੇ ਮੀਡੀਆ 'ਚ, ਕਿਉਂਕਿ ਮੀਡੀਆ ਮੰਨਦਾ ਹੈ, ਇਸ ਦੇਸ਼ ਦਾ ਅਖਬਾਰ ਜਾਂ ਵੱਡੇ ਚੈਨਲ ਨੇ ਜਿਹੜੇ ਮੰਨਦੇ ਹੈਗੇ ਕਿ
ਸਾਡਾ ਤਾਂ ਉਪਭੋਗਤਾ ਉੱਥੇ ਹੈ ਹੀ ਨਹੀਂਗਾ। ਜਿਹੜੀ ਅਸੀਂ ਐਡਵਰਟਾਈਜ਼ਮੈਂਟ ਦਿਖਾਉਣੀ ਹੈ ਉਹ ਖੇਤੀਬਾੜੀ ਨੂੰ ਦਿਖਾ ਕੇ ਕੀ ਕਰਾਂਗੇ, ਕਿਉਂਕਿ ਉਹ ਤਾਂ ਖਰਚ ਹੀ ਨਹੀਂ ਕਰ ਸਕਦਾ ਪੈਸੇ। ਜਿਹੜੀ ਸਾਡੇ ਕੋਲੇ ਇਸ਼ਤਿਹਾਰ ਚੱਲਦੇ, ਐਡ ਚੱਲਦੇ, ਜਿਹੜੀ ਉਹਦੀ ਪੂਰੀ ਇਕੋਨਮੀ ਹੈਗੀ। ਤਾਂ ਇਸ ਪੂਰੀ ਪੋਲੀਟੀਕਲ ਇਕੋਨਮੀ ਦੇ ਉੱਤੇ ਚਰਚਾ ਕਰਨ ਲਈ ਅਸੀਂ ਅੱਜ ਦਵਿੰਦਰ ਸ਼ਰਮਾ ਜੀ ਨਾਲ ਗੱਲਬਾਤ ਕਰਾਂਗੇ, ਕਿਉਂਕਿ ਇੱਕ ਰਿਪੋਰਟ ਆਈ ਹੈ ਆਰਗੇਨਾਈਜੇਸ਼ਨ ਫਾਰ ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ। ਇਹਦੀ ਇੱਕ ਰਿਪੋਰਟ ਆਈ ਹੈ ਕਿ 14 ਲੱਖ ਕਰੋੜ ਦਾ ਘਾਟਾ 2022 'ਚ ਆਇਆ ਹੈਗਾ, ਔਰ ਇਹਦੀ ਚਰਚਾ ਕਿਤੇ ਨਹੀਂ ਆ, ਅਖਬਾਰਾਂ 'ਚ ਨਹੀਂ ਆ, ਇਹਦੀ ਚਰਚਾ ਚੈਨਲਾਂ 'ਤੇ ਨਹੀਂ ਆ। ਜੇ ਹੈਗੀ ਆ ਤਾਂ ਇੱਕ ਛੋਟਾ ਜਿਹਾ ਕੋਈ ਜਿਹੜੀ ਫਟਾਫਟ ਖਬਰਾਂ ਹੁੰਦੀਆਂ ਨੇ ਉਹਨਾਂ 'ਚ ਲੰਘਾ ਦਿੱਤੀ ਜਾਂਦੀ ਹੈ ਖਬਰ। ਇਹਦੀ ਚਰਚਾ ਨਹੀਂ ਹੋ ਰਹੀ। ਇਹ ਬਹੁਤ ਹੀ ਇੰਪੋਰਟੈਂਟ ਰਿਪੋਰਟ ਆ, ਅਤੇ ਰਿਪੋਰਟ ਵੀ ਡਾਊਨ ਟੂ ਅਰਥ ਇੱਕ ਮੈਗਜ਼ੀਨ ਆ ਇੰਡੀਆ ਦਾ, ਜਿਹੜਾ ਇਕੋਲੋਜੀ ਦੇ ਉੱਤੇ ਕੰਮ ਕਰਦਾ ਹੈਗਾ, ਉਹਦੇ ਹਵਾਲੇ ਨਾਲ ਬਣਾਈ ਗਈ ਆ। ਅਤੇ ਜਿਹੜੀ ਇਹ ਆਰਗੇਨਾਈਜੇਸ਼ਨ ਆ ਜਿਹਨੇ ਰਿਪੋਰਟ ਬਣਾਈ ਆ, ਉਹ ਦੁਨੀਆ ਦੀ ਬਹੁਤ ਹੀ ਬਿਹਤਰੀਨ ਅਤੇ ਮੰਨੀ ਪ੍ਰਮੰਨੀ ਆਰਗੇਨਾਈਜੇਸ਼ਨ ਆ ਖੇਤੀਬਾੜੀ ਬਾਰੇ। ਉਹ ਲੋਕ ਜਿਹੜੇ ਲਗਾਤਾਰ ਸਵਦੇਸ਼ੀ ਦੀ ਗੱਲ ਕਰਦੇ ਰਹੇ, ਜਿਹੜੇ ਐਗਰੀਕਲਚਰ ਨੂੰ ਕਹਿੰਦੇ ਰਹੇ ਖਾਸ ਤੌਰ 'ਤੇ, ਕਿਉਂਕਿ ਵਿਚਾਰ ਰਿਹਾ ਗਾ ਕਿ ਐਗਰੀਕਲਚਰ ਤਾਂ ਇੱਕ ਕਿੱਤਾ ਨਹੀਂ ਹੈ, ਧੰਦਾ ਨਹੀਂ ਹੈਗਾ, ਇਹ ਤਾਂ ਇੱਕ ਅਧਿਆਤਮਕ ਅਵਸਥਾ ਵਰਗਾ ਇੱਕ ਕਿੱਤਾ ਹੈਗਾ ਜਿਹਦੇ ਨਾਲ ਤੁਸੀਂ ਇਸ ਤਰ੍ਹਾਂ ਜੁੜੇ ਹੁੰਦੇ ਹੋਗੇ। ਗੱਲਬਾਤ ਕਰਦੇ ਹਾਂ ਸ਼ਰਮਾ ਜੀ ਦੇ ਨਾਲ। ਸਵਾਗਤ ਹੈ ਸ਼ਰਮਾ ਜੀ, ਬਹੁਤ ਬਹੁਤ ਪ੍ਰੋ ਪੰਜਾਬ ਦੀ। ਸਭ ਤੋਂ ਪਹਿਲਾ ਸਵਾਲ ਸਰ, ਆਪਾਂ ਸ਼ੁਰੂ ਇੱਥੋਂ ਹੀ ਕਰ ਲਈਏ ਰਿਪੋਰਟ ਦੇ ਨਾਲ ਹੀ। ਰਿਪੋਰਟ ਆਈ ਨਾ, ਰਿਪੋਰਟ 'ਤੇ ਚਰਚਾ, ਤਾਂ ਰਿਪੋਰਟ ਬਾਰੇ ਥੋੜ੍ਹਾ ਤਾਂ ਦੱਸੋ ਹੈ ਨਾ। ਆਮ ਤੌਰ ਦੇ ਉੱਤੇ ਸਾਡੀ ਸਰਕਾਰ ਜਾਂ ਸਾਡਾ ਜਿਹੜਾ ਇੱਕ ਇੰਟਲੈਕਚੁਅਲ ਆ, ਕਈ ਵਾਰ ਸਰਕਾਰ ਦੇ ਨਾਲ ਵੀ ਆ ਜਿਹੜਾ, ਜਾਂ ਸਰਕਾਰ ਦੇ ਖਿਲਾਫ ਆ। ਜਿਹੜਾ ਸਰਕਾਰ ਦੇ ਖਿਲਾਫ ਆ ਉਹ ਕਈ ਵਾਰ ਬਿਲਕੁਲ ਐਕਸਟ੍ਰੀਮ ਚਲਾ ਜਾਂਦਾ। ਜਿਹੜਾ ਸਰਕਾਰ ਦੇ ਨਾਲ ਆ ਉਹ ਕਹਿੰਦਾ ਜੀ ਇਹ ਤਾਂ ਵੈਸਟ ਦਾ ਏਜੰਡਾ ਹੈਗਾ, ਇਹ ਤਾਂ ਜੀ ਉਹ ਸੰਸਥਾਵਾਂ ਸਾਨੂੰ ਯੂਰਪ ਦੀਆਂ, ਪੱਛਮ ਦੀਆਂ ਸਾਨੂੰ ਬਦਨਾਮ ਕਰ ਰਹੀਆਂ ਨੇ। ਕੀ ਫੈਕਟ ਨੇਗੇ ਇਹਦੇ, ਫੈਕਟ ਕੀ ਨੇ, ਔਰ ਇਹ ਫੈਕਟ ਸੱਚੇ ਨੇ? ਦੇਖੋ ਜੀ, ਅਗਰ ਇਹ ਰਿਪੋਰਟ ਜਿਹੜਾ ਲਾਸ ਐਸਟੀਮੇਟ ਉਹਨਾਂ ਨੇ ਦੱਸਿਆ 14 ਲੱਖ ਕਰੋੜ ਰੁਪਏ ਦਾ, ਅਗਰ ਇਹ ਕਿਤੇ ਕਾਰਪੋਰੇਟ ਦਾ ਲਾਸ ਦਿਖਾਇਆ ਹੁੰਦਾ ਉਹਨਾਂ ਨੇ, ਤਾਂ ਅੱਜ ਸਾਰੇ ਦੇਸ਼ ਵਿੱਚ ਹੰਗਾਮਾ ਹੋ ਰਿਹਾ ਹੋਣਾ ਸੀ ਕਿ ਲੋਕਾਂ ਨੇ ਕਹਿਣਾ ਸੀ ਪਾਲਿਸੀ ਪੈਰਾਲਿਸਿਸ ਹੋ ਗਿਆ ਹੈਗਾ, ਇਕਨੋਮਿਕ ਸਟਿਮੂਲਸ ਪੈਕੇਜ ਦਿਓ, ਇੰਡਸਟਰੀ ਇੰਨੀ ਸਫਰ ਕਰੇਗੀ, ਉਹਦੇ ਨਾਲ ਜਿਹੜੇ ਵੀ ਇੰਪਲੀਕੇਸ਼ਨ ਹੁੰਦੇ ਉਹ ਸਾਰੇ ਗਿਣਾਏ ਜਾਣੇ ਸੀਗੇ। ਬਲਕਿ 24/7 ਜਿਹੜਾ ਮੀਡੀਆ ਚੱਲਦਾ, ਟੈਲੀਵਿਜ਼ਨ ਚੱਲਦਾ, ਉਹਦੇ ਵਿੱਚ ਤਾਂ ਇਹੀ ਗੱਲਾਂ ਹੋਣੀ ਸੀਗੀਆਂ ਅੱਜ ਤੱਕ। ਲੇਕਿਨ ਕਿਉਂਕਿ ਐਗਰੀਕਲਚਰ ਦਾ ਲਾਸ ਹੈ, ਕਿਸੇ ਨੂੰ ਕੋਈ ਸੁੱਧ ਨਹੀਂ ਕਿਸੇ ਨੇ ਲਈ ਹੈ ਕਿ ਤੁਸੀਂ ਆਪਣਾ ਬਿਲਕੁਲ ਠੀਕ ਕਿਹਾ ਕਿ ਇੱਕ ਮੈਗਜ਼ੀਨ ਡਾਊਨ ਟੂ ਅਰਥ ਨੇ ਉਸ ਰਿਪੋਰਟ ਨੂੰ ਪੜ੍ਹਿਆ ਹੈਗਾ, ਉਸ ਨੂੰ ਰਿਪੋਰਟ ਕੀਤਾ ਹੈਗਾ, ਔਰ ਇਹ ਕੋਈ 690 ਪੇਜ ਦੀ ਰਿਪੋਰਟ ਹੈਗੀ ਹੈ। ਔਰ ਉਸ ਰਿਪੋਰਟ ਵਿੱਚ ਇੱਕ ਬੜੀ ਖਾਸ ਗੱਲ ਨਜ਼ਰ ਆਈ ਹੈ ਕਿ ਇਸ ਵਾਰ ਉਹਨਾਂ ਨੇ ਇੰਡੀਆ ਦਾ ਜਿਹੜਾ ਲਾਸ ਦਿਖਾਇਆ ਹੈਗਾ ਉਹ ਮਤਲਬ ਐਕਸਪੈਕਟੇਸ਼ਨ ਤੋਂ ਵੀ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹੈਗਾ ਜੋ ਦਰਸਾਇਆ ਗਿਆ ਹੈਗਾ। ਮੈਂ ਮੈਗਜ਼ੀਨ ਨੂੰ ਪੁੱਛਿਆ ਕਿ ਵੀ ਤੁਸੀਂ ਇਹ ਕਿਸ ਤਰ੍ਹਾਂ ਜਿਹੜਾ ਕੈਲਕੂਲੇਟ ਕਰਨਾ ਸੀਗਾ, ਜਾਂ ਕਿਤੇ ਗਲਤੀ ਤਾਂ ਨਹੀਂ ਤੁਹਾਡੇ 'ਚ ਹੋ ਗਈ ਹੈ ਕਿ ਤੁਸੀਂ ਕਿਹਾ $169 ਬਿਲੀਅਨ ਦਾ ਨੁਕਸਾਨ ਹੋਇਆ, ਜਿਹੜਾ ਕਿ 14 ਲੱਖ ਕਰੋੜ ਦੇ ਬਰਾਬਰ ਪੈਂਦਾ ਹੈ। ਉਹਨਾਂ ਨੇ ਕਿਹਾ ਜੀ ਸਾਨੂੰ ਵੀ ਲੱਗਿਆ ਸੀਗਾ, ਅਸੀਂ ਵੀ ਜਾ ਕੇ ਉਹਨਾਂ ਨੇ ਜਿਹੜੇ ਆਥਰ ਸੀਗੇ ਉਸ ਰਿਪੋਰਟ ਦੇ ਉਹਨਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਹ ਲਾਸ ਬਿਲਕੁਲ ਠੀਕ ਹੈ। ਇਹਦਾ ਲਾਸ ਤਾਂ ਠੀਕ ਹੈ, ਜਾਂ ਮਤਲਬ ਫਿਗਰ ਜਿਹੜੀ ਹੈਗੀਆਂ ਤੁਸੀਂ ਉਹਦੇ ਨਾਲ ਐਗਰੀ ਕਰੋ ਡਿਸਐਗਰੀ ਕਰੋ, ਇਹ ਗੱਲ ਅਲੱਗ ਹੁੰਦੀ ਹੈ। ਲੇਕਿਨ ਮੇਨ ਚੀਜ਼ ਹੈ ਕਿ ਬਈ OECD ਜਿਹੜੀ ਸੰਸਥਾ ਹੈਗੀ ਹੈ, OECD ਉਹ ਦੁਨੀਆ ਦੀ ਸਭ ਤੋਂ ਜਿਹੜੇ ਰਿਚੈਸਟ ਟ੍ਰੇਡਿੰਗ ਬਲੌਕ ਹੈਗੇ ਹੈ ਉਹਨਾਂ ਦੀ ਸੰਸਥਾ ਹੈਗੀ ਹੈ। ਉਹਦੇ 38 ਕੰਟਰੀਜ਼ ਸ਼ਾਮਿਲ ਹੈਗੀਆਂ, ਔਰ ਦੁਨੀਆ ਦੀ ਸਾਰੀਆਂ ਇੰਪੋਰਟੈਂਟ ਕੰਟਰੀਜ਼ ਦੇ ਵਿੱਚ ਆ ਜਾਂਦੀਆਂ। ਔਰ ਉਹ ਹਰ ਸਾਲ ਇੱਕ ਪ੍ਰੋਡਿਊਸਰ ਸਬਸਿਡੀ ਇਕੁਇਲੈਂਟ ਕਰਕੇ ਇੱਕ ਟਰਮ ਉਹਨਾਂ ਨੇ ਬਣਾਈ ਹੈ, ਯਾਨੀ ਕਿ ਕਿੰਨਾ ਅਸੀਂ ਕਿਸਾਨ ਨੂੰ ਜਾਂ ਕਿਸਾਨ ਪਰਿਵਾਰਾਂ ਨੂੰ ਨੈਗੇਟਿਵ ਜਾਂ ਪੋਜ਼ੀਟਿਵ ਉਹਨਾਂ ਨੂੰ ਕਿੰਨੀ ਸਪੋਰਟ ਮਿਲ ਰਹੀ ਹੈ, ਇਹ ਉਹ ਅਸੈਸ ਕਰਦੇ ਆ, ਹਰ ਸਾਲ ਕਰਦੇ ਆ। ਹੁਣ ਇਹ ਜਿਹੜਾ 2022 ਦਾ ਅਸੈਸਮੈਂਟ ਹੈਗਾ ਉਹ ਕਹਿੰਦਾ ਹੈ ਕਿ 14 ਲੱਖ ਕਰੋੜ ਰੁਪਏ ਦਾ ਹਿੰਦੁਸਤਾਨ 'ਚ ਨੁਕਸਾਨ ਹੋਇਆ ਕਿਸਾਨਾਂ ਨੂੰ, ਕਿਉਂਕਿ ਨੁਕਸਾਨ ਤਾਂ ਹਰ ਸਾਲ ਹੀ ਹੁੰਦਾ ਸੀਗਾ, ਪਰ ਉਹਨਾਂ ਨੇ ਥੋੜ੍ਹਾ ਐਡ ਕੀਤਾ ਜਿਹੜਾ ਕਿ ਐਕਸਪੋਰਟ ਇੰਪੋਰਟ ਜਿਹੜੇ ਰਿਸਟ੍ਰਿਕਸ਼ਨ ਲੱਗਿਆ, ਤਾਂ ਆਪਾਂ ਗੇਹੂੰ ਦਾ ਐਕਸਪੋਰਟ ਬੰਦ ਕਰਤਾ, ਆਟੇ ਦਾ ਐਕਸਪੋਰਟ ਬੰਦ ਕਰਤਾ, ਚਾਵਲਾਂ ਦਾ ਐਕਸਪੋਰਟ ਬੰਦ ਹੋ ਗਿਆ। ਇਸ ਤਰ੍ਹਾਂ ਦਾ ਕੁਝ ਪਲਸਿਸ ਦੇ ਉੱਪਰ ਇੰਪੋਰਟ ਰਿਸਟ੍ਰਿਕਸ਼ਨ ਵੀ ਲੱਗੇ ਹੈਗੇ ਆ। ਪਿਆਜ਼ 'ਤੇ ਵੀ ਅਸੀਂ ਦੇਖਿਆ ਕਿ ਉਹ ਇੱਕ $800 ਦਾ ਇੱਕ ਉਹਨਾਂ ਨੇ ਡਿਊਟੀ ਰੇਜ਼ ਕੀਤੀ ਹੈ। ਇਸ ਤਰੀਕੇ ਨਾਲ ਰਾਈਸ 'ਤੇ ਪਹਿਲੇ ਹੋਈ ਸੀਗੀ, ਬਾਸਮਤੀ 'ਤੇ ਹੋਈ ਹੈਗੀ। ਮਤਲਬ ਇਹ ਕਹਿੰਦਾ ਕਿ ਸਾਰੀ ਚੀਜ਼ਾਂ ਮਿਲਾ ਕੇ ਉਹਨਾਂ ਨੇ ਅਸੈਸ ਕੀਤਾ ਹੈਗਾ। ਔਰ ਅਗਰ 14 ਲੱਖ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ ਹਿੰਦੁਸਤਾਨ ਦੇ ਕਿਸਾਨਾਂ ਨੂੰ, ਕਿਆ ਸਾਡੇ ਦੇਸ਼ ਨੂੰ ਇਹ ਚਿੰਤਾ ਦਾ ਵਿਸ਼ੇ ਨਹੀਂ ਹੈਗਾ ਕਿ ਵੀ ਕਿਉਂ ਇੱਕ ਕਿਸਾਨ ਇੰਨਾ ਦਬਿਆ ਹੋਇਆ ਹੈਗਾ ਜਾਂ ਮਰ ਰਿਹਾ ਹੈਗਾ? ਓਬਵੀਅਸਲੀ ਜਿਹਨੂੰ 14 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਏਗਾ ਤਾਂ ਉਹ ਕਲਾਸ ਤਾਂ ਇੱਕ ਤਰ੍ਹਾਂ ਦੀ ਜਿਹਨੂੰ ਕਹਿੰਦਾ ਸੈਕਰੀਫਾਈਸ ਹੀ ਹੋ ਰਹੀ ਹੈ ਨਾ, ਉਹ ਤਾਂ ਉਹ ਕਿਸੇ ਨੇ ਚਰਚਾ ਉਹਦੇ ਗੱਲ 'ਤੇ ਨਹੀਂ ਕੀਤੀ ਹੈਗੀ। ਐਂਡ ਐਜ਼ ਤੁਸੀਂ ਪਹਿਲੇ ਕਿਹਾ ਕਿ ਵੀ ਆਰ ਨਾਟ ਸਰਪ੍ਰਾਈਜ਼, ਸਾਨੂੰ ਪਤਾ ਹੈਗਾ ਕਿ ਸਾਡੇ ਦੇਸ਼ ਦਾ ਮੀਡੀਆ ਜਾਂ ਪਾਲਿਸੀ ਮੇਕਰ ਕਿਸ ਤਰ੍ਹਾਂ ਧਿਆਨ ਦਿੰਦੇ ਹੈਗੇ ਆ, ਪਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਕਿਸਾਨਾਂ ਨੂੰ ਵੀ ਇਹ ਸਮਝਣ ਦੀ ਬਹੁਤ ਜ਼ਰੂਰਤ ਹੈਗੀ ਵੀ ਉਹਨਾਂ ਨੂੰ ਕਿਸ ਤਰੀਕੇ ਨਾਲ ਮਾਰ ਪੈ ਰਹੀ ਹੈ। ਔਰ ਇਸ ਕਰਕੇ ਵੀ ਇੰਪੋਰਟੈਂਟ ਹੈ ਯਾਦਵਿੰਦਰ ਜੀ, ਕਿਉਂਕਿ OECD ਦੀ ਉਸ ਰਿਪੋਰਟ 'ਚ ਇੱਕ ਬੜੀ ਖਾਸ ਗੱਲ ਲਿਖੀ ਹੈ। ਉਹਨਾਂ ਨੇ ਲਿਖਿਆ ਕਿ ਸਨ 2000 ਤੋਂ ਲੈ ਕੇ 2022 ਤੱਕ, ਯਾਨੀ 22 ਸਾਲ ਦੇ ਪੀਰੀਅਡ ਵਿੱਚ ਹਿੰਦੁਸਤਾਨ ਦੇ ਕਿਸਾਨਾਂ ਨੂੰ ਲਗਾਤਾਰ ਨੁਕਸਾਨ ਹੁੰਦਾ ਗਿਆ ਹੈਗਾ।
ਇੱਕ ਪਹਿਲੇ ਉਹਨਾਂ ਦੀ ਰਿਪੋਰਟ ਸੀਗੀ ਜਿਹੜੀ ਕਹਿੰਦੀ ਸੀਗੀ ਕਿ ਵੀ 2000 ਤੋਂ ਲੈ ਕੇ 2016 ਦੇ ਵਿੱਚ ਯਾਨੀ 16 ਸਾਲ ਦੇ ਵਿੱਚ ਕਿਸਾਨਾਂ ਨੂੰ 45 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹਿੰਦੁਸਤਾਨ 'ਚ। ਹੁਣ ਅੱਜ ਇਹ ਰਿਪੋਰਟ ਜਿਹੜੀ ਹੈਗੀ ਹੈ 2022 ਦੀ, ਉਹ ਕਹਿੰਦੀ ਪਈ ਹੈ ਕਿ 14 ਲੱਖ ਕਰੋੜ ਰੁਪਏ ਦਾ ਤੁਸੀਂ ਹੋਰ ਐਡ ਕਰ ਦਿਓ ਉਹਦੇ ਵਿੱਚ, ਇੰਨਾ ਨੁਕਸਾਨ ਕਿਸਾਨ ਸਹਿ ਰਹੇ ਹੈਗੇ ਆ। ਇਹਦਾ ਮਤਲਬ ਸਾਫ਼ ਹੈ ਕਿ ਸਾਡਾ ਕਿਸਾਨ ਜਿਹੜਾ ਹੈਗਾ ਲਗਾਤਾਰ, ਅਗਰ 22 ਸਾਲ ਹੋ ਗਏ ਹੈਗੇ ਆ, ਉਹ ਨੁਕਸਾਨ ਵਿੱਚ ਜਾ ਰਿਹਾ ਹੈਗਾ। ਔਰ ਫਿਰ ਜਿਹੜੇ ਅਸੀਂ ਕਿਸਾਨਾਂ ਦਾ ਜਿਹੜਾ ਅੰਦੋਲਨ ਹੋਇਆ ਸੀਗਾ, ਅਸੀਂ ਉਹਦੇ ਬੜੇ ਸਵਾਲ ਕੀਤੇ ਕਿ ਵੈਸਟਡ ਇੰਟਰਸਟ ਉਹਦੇ ਪਿੱਛੇ ਹੈਗੇ, ਸਭ ਕੁਝ ਹੈਗੇ, ਲੇਕਿਨ ਕਿਸਾਨ ਤਾਂ ਆਪਣਾ ਦੁੱਖ ਦਰਦ ਲੈ ਕੇ ਖੜੇ ਸੀ ਨਾ ਉੱਥੇ ਇਹੀ ਗੱਲ ਕਰ ਰਹੇ ਸੀ ਕਿ ਸਾਨੂੰ ਮਾਰਿਆ ਜਾ ਰਿਹਾ ਹੈਗਾ, ਸਾਨੂੰ ਦਬਾਇਆ ਜਾ ਰਿਹਾ ਹੈਗਾ, ਸਾਨੂੰ ਦਾਮ ਨਹੀਂ ਦਿੱਤਾ ਜਾਂਦਾ, ਸਾਨੂੰ ਇਨਕਮ ਨਹੀਂ ਦਿੱਤੀ ਜਾਂਦੀ। ਤਾਂ ਇਹਦਾ ਮਤਲਬ ਕਿਤੇ ਸਾਡੀ ਕੈਲਕੂਲੇਸ਼ਨ ਵਿੱਚ ਕਿਤੇ ਗੜਬੜੀ ਹੈ, ਕਿਤੇ ਸੋਚ ਵਿੱਚ ਗੜਬੜੀ ਹੈਗੀ ਹੈ ਕਿ ਅਸੀਂ 20 ਸਾਲ ਤੋਂ ਉਸੇ ਤਰਾਸਦੀ ਵਿੱਚੋਂ ਕਿਸਾਨਾਂ ਨੂੰ ਕੱਢ ਰਹੇ ਹੈਗੇ ਜਾਂ ਨਿਕਲ ਰਹੇ ਹੈਗੇ ਉਹ। ਆਈ ਥਿੰਕ ਇਟ ਇਜ਼ ਅ ਵੈਰੀ ਬਿਗ ਮੈਸੇਜ। ਇਹਦਾ ਆਧਾਰ ਕੀ ਬਣਾਇਆ ਹੈਗਾ? ਮਤਲਬ ਇਕੱਲਾ ਐਕਸਪੋਰਟ ਇੰਪੋਰਟ ਹੀ ਹੈਗਾ ਜਾਂ ਕੁਝ ਹੋਰ ਵੀ ਹੈਗਾ? ਜਿਹੜਾ ਸਭ ਤੋਂ ਵੱਡਾ ਘਾਟਾ 2022 ਦਾ 14 ਲੱਖ ਕਰੋੜ ਦਾ, ਇਹਦਾ ਆਧਾਰ ਕੀ ਹੈ ਸਰ? ਇਹ ਮੈਂ ਤੁਹਾਨੂੰ ਪਹਿਲੇ ਕਹਿ ਰਿਹਾ ਸੀਗਾ ਕਿ 690 ਪੇਜ ਦੀ ਰਿਪੋਰਟ ਹੈਗੀ ਹੈ। ਉਹਦੇ ਵਿੱਚ ਉਹਨਾਂ ਨੇ 54 ਕੰਟਰੀਜ਼ ਦੁਨੀਆ ਦੀ ਜਿਹੜੀ ਹੈਗੀਆਂ ਉਹਨਾਂ ਦਾ ਅੰਕਲਨ ਹੈਗਾ, ਅਲੱਗ-ਅਲੱਗ ਕੰਟਰੀ ਦਾ। ਉਹਦੇ ਵਿੱਚ ਇੱਕ ਇੰਟਰਸਟਿੰਗ ਜਿਹੜੀ ਗੱਲ ਨਜ਼ਰ ਆਈ, ਤੁਹਾਡਾ ਆਧਾਰ ਤਾਂ ਜਿਹੜਾ ਉਹਦੀ ਆਪਾਂ ਕਰ ਰਹੇ ਹਾਂ ਕਿ ਬਈ ਉਹ ਕਹਿੰਦੇ ਆ ਕਿ ਵੀ ਕਿਸਾਨ ਨੇ ਪ੍ਰੋਡਿਊਸ ਕੀਤਾ, ਕਿਸਾਨ ਨੇ ਜਦ ਪ੍ਰੋਡਿਊਸ ਕੀਤਾ ਉਹਨੂੰ ਇਨਡਾਇਰੈਕਟ ਸਬਸਿਡੀਜ਼ ਮਿਲਦੀਆਂ ਸੀ। ਹਿੰਦੁਸਤਾਨ ਵਿੱਚ ਆ ਕੇ ਫਰਟੀਲਾਈਜ਼ਰ ਤੇ ਪੈਸਟੀਸਾਈਡ ਤੇ ਬੀਜ ਤੇ ਪਾਣੀ ਤੇ ਬਿਜਲੀ ਤੇ ਇਹ ਸਬਸਿਡੀ ਮਿਲਦੀ ਹੈ, ਉਹ ਵੀ ਉਹ ਐਡ ਕਰਦੇ ਆ। ਫਿਰ ਕੁਝ ਕੰਜ਼ਿਊਮਰ ਜਦ ਖਰੀਦਦਾ ਹੈ ਤਾਂ ਉਹ ਵੀ ਉਹਨੂੰ ਵਾਪਿਸ ਆਉਂਦਾ ਨਾ, ਕਿਸਾਨ ਦੀ ਪਾਕਟ ਵਿੱਚ ਪੈਸਾ ਤਾਂ ਕੰਜ਼ਿਊਮਰ ਖਰੀਦੇਗਾ ਤਾਂ ਹੀ ਆਏਗਾ ਨਾ, ਉਹ ਫਲੋ ਕਰੇਗਾ। ਤਾਂ ਉਹ ਵੀ ਜੋੜਿਆ ਉਹਨਾਂ ਨੇ। ਇਹ ਸਭ ਜੋੜ ਕੇ ਉਹ ਦੱਸਦੇ ਹੈਗੇ ਕਿ ਵੀ ਕਿਸਾਨ ਨੂੰ ਅਲਟੀਮੇਟਲੀ ਜਿਹੜੀ ਉਹਦੀ ਕਾਸਟ ਸੀਗੀ ਉਹਦੇ ਹਿਸਾਬ ਨਾਲ ਕਿੰਨਾ ਨੁਕਸਾਨ ਹੋਇਆ। ਔਰ ਉਹ ਕੰਪੇਅਰ ਕਰਦੇ ਇੰਟਰਨੈਸ਼ਨਲ ਪ੍ਰਾਈਸ ਨਾਲ। ਤਾਂ ਉਹ ਇੰਟਰਨੈਸ਼ਨਲ ਪ੍ਰਾਈਸ ਜਿਸ ਤਰ੍ਹਾਂ ਲੈਟ ਅਸ ਸੇ ਵੀਟ ਹੈ ਨਾ ਜੀ, ਗੇਹੂੰ ਦਾ ਜਿਹੜਾ ਦਾਮ ਹੈਗਾ, ਉਹਦੇ ਵਿੱਚ ਗ੍ਰਾਫ ਵੀ ਬਣੇ ਹੋਏ ਬੜੇ ਸੋਹਣੇ। ਉਹ ਰਿਪੋਰਟ ਕਹਿੰਦੀ ਹੈ ਕਿ ਵੀ ਗੇਹੂੰ ਦੇ ਵਿੱਚ 40% ਦਾ ਟੈਕਸ ਲੱਗਦਾ ਕਿਸਾਨਾਂ 'ਤੇ, ਯਾਨੀ 40% ਘੱਟ ਉਹਨਾਂ ਨੂੰ ਦਾਮ ਮਿਲਦਾ ਜੋ ਉਹਨਾਂ ਨੂੰ ਮਿਲਣਾ ਚਾਹੀਦਾ ਹੈਗਾ ਰਫਲੀ। ਇਸ ਤਰੀਕੇ ਨਾਲ ਉਹਨਾਂ ਨੇ ਜਿੰਨੀ ਵੀ ਕਮੋਡਿਟੀਜ਼ ਹੈਗੀਆਂ 8-10, ਉਹਦੇ ਵਿੱਚ ਬੜਾ ਇੰਟਰਸਟਿੰਗ ਹੈ ਕਿ ਰਾਈਸ ਵਿੱਚ ਵੀ ਨੁਕਸਾਨ ਹੈਗਾ, ਵੀਟਸ ਦਾ ਨੁਕਸਾਨ ਹੈ ਹੀ ਹੈ, ਕਾਟਨ 'ਚ ਵੀ, ਬਾਕੀ ਕ੍ਰੌਪਸ ਵੀ ਨੁਕਸਾਨ ਹੈਗਾ। ਸ਼ੂਗਰ ਵਿੱਚ ਕਿਸਾਨਾਂ ਨੂੰ ਫਾਇਦਾ ਹੁੰਦਾ ਹੈਗਾ। ਔਰ ਕਿਤੇ ਨਾ ਕਿਤੇ ਜਾ ਕੇ ਅੰਡਿਆਂ ਵਿੱਚ ਵੀ, ਅੰਡੇ ਦੀ ਜਿਹੜੀ ਪੋਲਟਰੀ ਦੀ ਜਿਹੜੀ ਇੰਡਸਟਰੀ ਹੈ ਉਹਦੇ ਵਿੱਚ ਵੀ ਫਾਇਦਾ ਦਿਖਾਇਆ ਉਹਨਾਂ ਨੇ। ਇੱਕ ਥੋੜ੍ਹਾ ਜਿਹਾ ਪਲਸਿਸ ਵਿੱਚ ਫਾਇਦਾ ਹੈ। ਜਿਸ ਨੂੰ ਅੰਬ ਦੀ ਮੈਂ ਗੱਲ ਕਰ ਰਿਹਾ, ਅੰਬ ਦਾ ਜਿਹੜਾ ਹੈਗਾ ਪ੍ਰਾਈਸ ਉਹ ਕਹਿੰਦੇ ਕਿ -90% ਹੈ। ਇਹ ਮਤਲਬ ਕਿ ਅੰਬ ਦਾ ਜਿਹੜਾ ਦਾਮ ਮਿਲ ਰਿਹਾ ਤਕਰੀਬਨ ਮੰਨ ਲਓ ਉਹ ਅੱਧਾ ਮਿਲ ਰਿਹਾ ਜੋ ਉਹਨੂੰ ਮਿਲਣਾ ਚਾਹੀਦਾ ਕਿਸਾਨ ਨੂੰ। ਅਤੇ ਇਸ ਤਰੀਕੇ ਨਾਲ ਉਹਨਾਂ ਨੇ ਬੜਾ ਅੱਛਾ ਆਂਕਲਨ ਕੀਤਾ। ਮੈਨੂੰ ਲੱਗਦਾ ਕਿ ਇਹ ਸਾਡੇ ਸਭ ਵਾਸਤੇ, ਇਕੋਨੋਮਿਸਟ ਵਾਸਤੇ ਵੀ ਔਰ ਸਾਡੇ ਕਿਸਾਨਾਂ ਵਾਸਤੇ ਵੀ, ਔਰ ਬਾਕੀ ਜਿਹੜੇ ਆਪਾਂ ਐਨਾਲਿਸਿਸ ਜਿਹੜਾ ਕਰਦੇ ਹੈਗਾ, ਸਭ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕਿਸ ਤਰੀਕੇ ਨਾਲ ਕਿਸਾਨ ਨੂੰ ਜਬਰਨ ਨਹੀਂ ਮੈਂ ਕਹਾਂਗਾ ਕਿ ਅਸੀਂ ਉਹਨੂੰ ਉਸ ਪੋਜੀਸ਼ਨ 'ਤੇ ਰੱਖਿਆ ਹੋਇਆ ਕਿ ਕਦੀ ਉੱਠ ਹੀ ਨਾ ਪਾਏ ਉਹ। ਤਾਂ ਜਿਹਨੂੰ ਇੰਨਾ ਲਾਸ ਹੋਏਗਾ ਕਿ 40% ਜਿਸ ਤਰ੍ਹਾਂ ਮੈਂ ਕਹਿ ਰਿਹਾ ਹੈਗਾ ਕਣਕ ਵਿੱਚ ਅਗਰ ਇੰਨਾ ਲਾਸ ਹੋ ਜਾਂਦਾ ਹੈਗਾ, ਔਰ ਹਾਲੇ ਅਸੀਂ ਕਲੇਮ ਕਰਦੇ ਹਾਂ ਕਿ ਅਸੀਂ 150 ਰੁਪਏ ਦੇ ਦਿੱਤਾ ਹੈਗਾ ਇਸ ਵਾਰੀ ਜ਼ਿਆਦਾ MSP, ਔਰ ਕਿਸਾਨਾਂ ਨੂੰ ਬਹੁਤ ਬੜਾ ਫਾਇਦਾ ਹੋ ਗਿਆ। ਲੇਕਿਨ ਇਹ ਤਾਂ ਸਟੱਡੀ ਉਲਟਾ ਕਹਿ ਰਹੀ ਹੈਗੀ ਹੈ। ਇਹ ਹਾਲਾਂਕਿ ਇਸ ਸਾਲ ਦੀ ਸਟੱਡੀ ਨਹੀਂ ਹੈ, ਪਿਛਲੇ ਸਾਲ ਦੀ ਹੈ, ਪਰ ਪਿਛਲੇ ਸਾਲ ਵੀ ਅਗਰ ਆਪਾਂ ਕਹੀਏ ਤਾਂ ਉਸ ਟਾਈਮ ਵੀ ਪ੍ਰਾਈਸਿਸ ਵੱਧਦੇ ਹੈਗੇ ਹਰੇਕ ਚੀਜ਼ ਦੇ, ਹੈ ਨਾ। ਲੇਕਿਨ ਇਹ ਤਾਂ ਕਹਿ ਰਿਹਾ ਕਿ ਤੁਹਾਨੂੰ -40% ਵੀਟ ਦੇ ਵਿੱਚ ਨੁਕਸਾਨ ਹੋਇਆ ਕਿਸਾਨਾਂ ਨੂੰ। ਸੋ ਮਤਲਬ ਕਹਿੰਦਾ ਸਰ ਦੇਖੀਏ ਤਾਂ ਇਟ ਇਜ਼ ਉਹਨੂੰ ਉਹ ਟੈਕਸ ਦੇ ਨਾਂ 'ਤੇ ਕਰਦੇ ਆ। ਉਹ ਕਹਿੰਦੇ ਕਿ ਹਿੰਦੁਸਤਾਨ ਦਾ ਕਿਸਾਨ ਜਿਹੜਾ ਹੈ ਨਾ, ਇਹ 54 ਕੰਟਰੀਆਂ ਵਿੱਚ ਇੱਕ ਬੜਾ ਇੰਟਰਸਟਿੰਗ ਹੋਰ ਫਿਨੋਮੀਨਾ। ਬਾਕੀ ਕੰਟਰੀਆਂ 3-4 ਕੰਟਰੀਆਂ ਹੋਰ ਹੈ ਜਿੱਥੇ ਕਿਸਾਨਾਂ ਨੂੰ ਨੁਕਸਾਨ ਹੁੰਦਾ ਹੈ। ਅਰਜਨਟੀਨਾ ਹੈ, ਹਾਂਜੀ, ਵੀਅਤਨਾਮ ਹੈ, ਇਹ ਜਿਹੀ ਕੰਟਰੀਆਂ ਉਹਨਾਂ ਲਿਸਟ ਕੀਤੀਆਂ ਹੋਈਆਂ ਉਹਦੇ ਵਿੱਚ। ਲੇਕਿਨ ਉਹ ਕਹਿੰਦੇ ਕਿ ਉਹ ਬਜਟਰੀ ਸਪੋਰਟ ਦੇ ਨਾਲ ਉਹ ਜਿਹੜਾ ਘਾਟਾ ਹੈਗਾ ਉਹ ਕਵਰ ਅਪ ਕਰ ਲੈਂਦੇ ਹੈਗੇ। ਹਿੰਦੁਸਤਾਨ ਦੇ ਵਿੱਚ ਬਜਟਰੀ ਜਾਂ ਕੰਜ਼ਿਊਮਰ ਦੇ ਦੋਨੋਂ ਪਾਸੋਂ ਦੇਖ ਲਈਏ ਆਪਾਂ, ਉਹ ਘਾਟਾ ਨਹੀਂ ਓਵਰਕਮ ਕੀਤਾ ਜਾਂਦਾ, ਜਾਂ ਉਹਨੂੰ ਮਤਲਬ ਨਹੀਂ ਉਹ ਆਪਾਂ ਬਰਾਬਰ ਲੈ ਕੇ ਆ ਸਕਦੇ ਆ ਸਕਦੇ ਆ ਤਾਂ ਅਲੱਗ ਗੱਲ ਹੈ, ਪ੍ਰਯਾਸ ਹੀ ਨਹੀਂ ਹੋਇਆ ਕਦੇ ਕਿ ਇਹ ਵੀ ਹੋਏ। ਤਾਂ ਮੈਨੂੰ ਲੱਗਦਾ ਕਿ ਇਹ ਬਹੁਤ ਬੜਾ ਸਾਨੂੰ ਜ਼ਰੂਰਤ ਹੈ ਕਿ ਅਸੀਂ ਦੁਬਾਰਾ ਇਕਨੋਮਿਕਸ ਨੂੰ ਜਾਂ ਦੁਬਾਰਾ ਲੈਟ ਅਸ ਰੀਥਿੰਕ ਇਕਨੋਮਿਕਸ ਐਗਰੀਕਲਚਰ ਦੇ ਸਰਵਾਈਵਲ ਵਾਸਤੇ, ਐਗਰੀਕਲਚਰ ਦੇ ਫਿਊਚਰ ਵਾਸਤੇ। ਕਦੇ ਹੋ ਸਕਦਾ ਗਾ, ਕੋਈ ਸੰਭਵ ਹੈ? ਕਿਉਂਕਿ ਆਪਾਂ ਸਰਕਾਰਾਂ ਸਾਰੀਆਂ ਦੇਖੀਆਂ ਨੇ, ਆਪਾਂ ਕਾਂਗਰਸ ਦੀ ਸਰਕਾਰ ਵੀ ਦੇਖੀ ਹੈ, ਜਿਹੜੇ ਹੁਣ ਰਾਹੁਲ ਗਾਂਧੀ ਪੂਰੇ ਕ੍ਰਾਂਤੀਕਾਰੀ ਬਣ ਜਾਂਦੇ ਨੇਗੇ ਕਿ ਅਸੀਂ ਐਂ ਕਰਾਂਗੇ। ਜਦੋਂ ਮੌਕਾ ਸੀਗਾ ਉਹਨਾਂ ਦੀ ਸਰਕਾਰ 'ਚ ਵੀ ਕੁਝ ਨਹੀਂ ਹੋਇਆ। ਫਿਰ ਆਪਾਂ ਸੰਘ ਦੇਖਿਆ, BJP ਦੇਖਿਆ, ਉਹ ਵੀ ਲਗਾਤਾਰ ਕਹਿੰਦੇ ਰਿਹਾ ਕਿ ਜਦੋਂ ਸਾਡੇ ਕੋਲ ਅਸੀਂ ਮਾਡਲ ਲੈ ਆਵਾਂਗੇ, ਅਸਲੀ ਮਾਡਲ ਜਿਹੜਾ ਸਵਦੇਸ਼ੀ ਦਾ ਜਾਂ ਜਿਹੜਾ ਐਗਰੀਕਲਚਰ ਓਨ ਮਾਡਲ। ਐਗਰੀਕਲਚਰ ਨੂੰ ਆਪਾਂ ਮੋਹਨ ਭਾਗਵਤ ਜੀ ਨੂੰ ਸੁਣਿਆ ਸੀ ਇੱਕ ਵਾਰ ਸਟੇਜ ਤੋਂ ਕਿ ਐਗਰੀਕਲਚਰ ਇਸ ਦੇਸ਼ ਦਾ ਧਰਮ ਆਗਾ ਨਾ, ਐਗਰੀਕਲਚਰ ਇਜ਼ ਨਾਟ ਧੰਦਾ। ਫਿਰ ਵੀ ਉਹ ਚੀਜ਼ਾਂ ਦੇ ਉੱਤੇ ਤੁਹਾਨੂੰ ਲੱਗਦਾ ਕਦੇ, ਜਿਹੜੀ ਤੁਸੀਂ ਰੀਥਿੰਕ ਕਰਨ ਦੀ ਗੱਲ ਕਰਦੇ ਹੋ, ਕਦੇ ਕਿਉਂ ਨਹੀਂ ਹੋਇਆ? ਕਦੇ ਹੋ ਸਕਦਾ ਜਾਂ ਇਹ ਸਿਰਫ ਕਹਿਣ ਲਈ ਬਸ ਜੁਮਲੇਬਾਜ਼ੀ ਸਾਰੀਆਂ ਪਾਰਟੀਆਂ, ਸਾਰੀਆਂ ਧਿਰਾਂ ਕਰਦੇ ਰਹਿਣੀਆਂ, ਸਾਰੀਆਂ ਧਰਾਵਾਂ ਕਰਦੀਆਂ ਰਹਿਣੀਆਂ?
ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਬਈ ਜਿਸ ਤਰ੍ਹਾਂ ਹਰ ਇੱਕ ਆਦਮੀ ਕਹਿੰਦਾ ਕਿ ਵੀ ਨੀਡ ਟੂ ਰੀਥਿੰਕ ਇਕਨੋਮਿਕਸ, ਕਿਸਾਨਾਂ ਨੂੰ ਫਾਇਦਾ ਕੀਤਾ ਜਾਏ ਜਾਂ ਦਿੱਤਾ ਜਾਏ, ਕਿਉਂਕਿ ਆਫਟਰ ਆਲ ਤੁਸੀਂ ਪਹਿਲੇ ਕਹਿ ਰਹੇ ਸੀਗੇ ਜਿਹੜਾ ਸੱਤਾ 'ਚ ਨਹੀਂ ਹੁੰਦਾ ਉਹ ਹਰ ਕਹਿੰਦਾ ਜੀ 50% ਪਾਪੂਲੇਸ਼ਨ ਅਗਰ ਖੇਤੀ ਨਾਲ ਡਾਇਰੈਕਟਲੀ ਜੁੜੀ ਹੋਈ ਹੈ, ਡਾਇਰੈਕਟਲੀ, ਔਰ ਮਤਲਬ ਟੋਟਲ ਅਸੀਂ ਕਹਿੰਦੇ ਵਰਕਫੋਰਸ ਜਿਹੜੀ ਹੈਗੀ ਐਗਰੀਕਲਚਰ ਦੀ, ਕਈ ਜਗ੍ਹਾ ਬਿਲਕੁਲ ਟੂ ਬੀ ਐਗਜ਼ੈਕਟ ਕਹਿੰਦੇ 47% ਵਰਕਫੋਰਸ ਦੇਸ਼ ਦੀ ਜਿਹੜੀ ਹੈ ਐਗਰੀਕਲਚਰ ਨਾਲ ਜੁੜੀ ਹੋਈ ਹੈ, ਵਿਚ ਮੀਨਸ ਰਫਲੀ ਅਬਾਊਟ 60 ਕਰੋੜ ਲੋਕੀ ਜਿਹੜੇ ਹੈਗੇ ਆ ਖੇਤੀ ਨਾਲ ਜੁੜੇ ਹੈਗੇ ਹੈ ਨਾ ਜੀ। 60 ਕਰੋੜ ਖੇਤੀ ਔਰ ਪਰਿਵਾਰ ਹੈਗੇ ਹੈ, ਤਾਂ 60 ਕਰੋੜ ਅਗਰ ਅਸੀਂ ਪਰਿਵਾਰ ਜੋੜ ਕੇ ਦੇਖਦੇ ਹੈਗੇ ਆ ਪਾਪੂਲੇਸ਼ਨ ਦਾ ਹਿੱਸਾ, ਅਗਰ ਉਹ ਕਮਜ਼ੋਰ ਹੈ ਜਾਂ ਜਾਣਬੁੱਝ ਕੇ ਕਮਜ਼ੋਰ ਰੱਖਿਆ ਗਿਆ ਹੈਗਾ, ਤਾਂ ਫਿਰ ਉਹਦਾ ਨੁਕਸਾਨ ਤਾਂ ਇਕਨੋਮੀ ਤੇ ਪੈਣਾ ਹੀ ਹੈ ਨਾ। ਤੇ ਇਸ ਕਰਕੇ ਉਹਦਾ ਕੋਈ ਵੀ ਲੀਡਰਸ਼ਿਪ ਹੋਏ, ਅੱਜ ਨਾ ਆਏ, ਕੱਲ ਨਹੀਂ ਆਏ, ਪਰਸੋਂ ਨਹੀਂ ਆਏ, ਮੈਨੂੰ ਲੱਗਦਾ ਕਦੇ ਨਾ ਕਦੇ ਸਾਡੇ ਸਚੇਤ ਇੰਨਾ ਹੋਣਾ ਪਏਗਾ ਕਿ ਵੀ ਸਟਾਰਟ ਰੀਥਿੰਕਿੰਗ। ਇਸੇ ਕਰਕੇ ਮੈਨੂੰ ਯਾਦ ਹੈ ਕਿ ਬਹੁਤ ਸਾਲ ਪਹਿਲੇ ਜਦ ਵਾਜਪੇਈ ਜੀ ਦੀ ਪਹਿਲੀ ਸਰਕਾਰ ਬਣੀ ਸੀਗੀ 13 ਦਿਨ ਵਾਲੀ, ਉਹਦੇ ਵਿੱਚ ਇੱਕ ਉਹਨਾਂ ਨੇ ਐਕਸਰਸਾਈਜ਼ ਕੀਤੀ ਸੀਗੀ, ਕੁਝ 5-6 ਇਕੋਨੋਮਿਸਟ ਬੁਲਾਏ ਸੀਗੇ ਐਂਡ ਇਟ ਵਾਜ਼ ਅ ਕਲੋਜ਼ ਡੋਰ ਮੀਟਿੰਗ, ਜਿਹਦੇ ਵਿੱਚ ਅੰਡਰਸਟੈਂਡ ਕਰਨਾ ਸੀਗਾ ਕਿ ਵੀ ਹੁਣ ਨਵੀਂ ਇਕਨੋਮਿਕ ਪਾਲਿਸੀਆਂ ਕੀ ਹੋਣੀ ਚਾਹੀਦੀਆਂ ਬੀਜੇਪੀ ਵਾਸਤੇ ਤਾਂ ਕਿ ਉਹ ਐਂਟੀ ਇਨਕੰਬੈਂਸੀ ਨਾ ਆਏ। ਤਾਂ ਮੈਨੂੰ ਯਾਦ ਹੈ ਕਿ ਮੇਰਾ ਉੱਥੇ ਆਰਗੂਮੈਂਟ ਸੀਗਾ ਕਿ ਤੁਸੀਂ ਇਹ ਫਿਸਕਲ ਡੈਫਿਸਿਟ ਘੱਟ ਕਰੋ ਔਰ ਕਰੰਟ ਅਕਾਊਂਟ ਡੈਫਿਸਿਟ ਘੱਟ ਕਰੋ, ਇਹੀ ਤੁਹਾਨੂੰ ਇਕੋਨੋਮਿਸਟ ਦੱਸਦੇ ਹੈਗੇ ਆ। ਮੇਰਾ ਕਹਿਣਾ ਸੀਗਾ ਕਿ ਇਹਦੇ ਨਾਲ ਕੁਝ ਨਹੀਂ ਹੋਣਾ, ਐਂਟੀ ਇਨਕੰਬੈਂਸੀ ਆਏਗੀ। ਤੁਹਾਨੂੰ ਚਾਹੀਦਾ ਹੈਗਾ ਕਿ ਤੁਸੀਂ 60% ਬਜਟ 60% ਪਾਪੂਲੇਸ਼ਨ ਵਾਸਤੇ ਦਿਓ। ਔਰ ਮੈਨੂੰ ਅੱਛਾ ਲੱਗਿਆ ਕਿ ਉਸ ਕਮੇਟੀ ਦੀ ਜਿਹੜੀ ਰਿਕਮੈਂਡੇਸ਼ਨ ਸੀਗੀਆਂ ਉਹ ਅੱਗੇ ਗਈਆਂ ਹੈਗੀਆਂ, ਔਰ ਸਰਕਾਰ ਨੇ, ਅਗਰ ਤੁਸੀਂ ਉਸ ਟਾਈਮ ਦੇ ਅਖਬਾਰਾਂ ਕੱਢ ਕੇ ਦੇਖੋ, ਉਸ ਟਾਈਮ ਕਿਹਾ ਸੀਗਾ ਕਿ ਅਸੀਂ ਆਪਣਾ 60% ਬਜਟ ਐਗਰੀਕਲਚਰ ਵਾਸਤੇ ਦੇਵਾਂਗੇ, ਪਰ ਉਹ ਸਰਕਾਰ ਹੀ 13 ਦਿਨ ਵਿੱਚ ਚਲੀ ਗਈ ਸੀਗੀ, ਉਹਦੇ ਬਾਅਦ ਕਦੀ ਇਸ਼ੂ ਨਹੀਂ ਹੋਇਆ। ਪੁਆਇੰਟ ਮੈਂ ਤੁਹਾਡੀ ਗੱਲ ਦਾ ਜਿਹੜਾ ਤੁਸੀਂ ਸਵਾਲ ਪੁੱਛਿਆ ਸੀਗਾ ਉਹਨੂੰ ਅੱਗੇ ਲੈ ਕੇ ਜਾਂਦੇ ਕਿ ਕਦੇ ਨਾ ਕਦੇ ਕੋਈ ਲੀਡਰ, ਐਸੀ ਗੱਲ ਨਹੀਂ ਅਸੀਂ ਨਾ ਸੋਚੀਏ ਕਿ ਅਸੀਂ ਉਹਨਾਂ ਨੂੰ ਅਗਰ ਠੀਕ ਤਰੀਕੇ ਨਾਲ ਇੱਕ ਮੈਸੇਜ ਦਿੰਦੇ ਹੈਗੇ ਆ ਜਾਂ ਕਨਵੇ ਕਰਦੇ ਹੈਗੇ ਆ, ਜੋ ਉਹ ਸਮਝਦੇ ਹੈਗੇ ਕਿ ਪੋਲੀਟੀਕਲ ਲੀਡਰ ਕਦੀ ਇਹਦਾ ਚ ਨਹੀਂ ਚਾਹੁੰਦੇ ਕਿ ਬਈ ਕਿਉਂਕਿ ਆਫਟਰ ਆਲ ਹਰ ਇੱਕ ਚੀਜ਼ ਤਾਂ ਉਹਨਾਂ ਦੀ ਕੌਂਸਟੀਚੁਐਂਸੀ ਜਾਂ ਵੋਟ 'ਤੇ ਡਿਪੈਂਡ ਕਰਦੀ ਹੈ, ਤਾਂ ਉਹਨਾਂ ਨੂੰ ਪਤਾ ਕਿ ਇੰਨਾ ਬੜਾ ਤਬਕਾ ਜਦ ਤੱਕ ਤੁਹਾਡੇ ਨਾਲ ਨਹੀਂ ਹੋਏਗਾ ਤਾਂ ਇਹ ਐਂਟੀ ਇਨਕੰਬੈਂਸੀ ਨੂੰ ਤੋੜਨਾ ਮੁਸ਼ਕਿਲ ਹੋ ਜਾਂਦਾ ਹੈ। ਇਹ ਸਵਾਲ ਮੈਂ ਇਸ ਕਰਕੇ ਪੁੱਛਿਆ ਕਿਉਂਕਿ ਦੂਜੇ ਪਾਸੇ ਤਾਂ ਗੱਲ ਇਹੀ ਚੱਲਦੀ ਹੈ ਨਾ ਕਿ ਦੁਨੀਆ ਤੇ ਗਲੋਬਲ ਆਰਡਰ 'ਚ ਫਿੱਟ ਹੋਈ ਹੈਗੀ, ਤੇ ਗਲੋਬਲ ਆਰਡਰ ਖਾਸ ਤੌਰ ਦੇ ਉੱਤੇ ਜਿਹੜਾ 70s ਤੋਂ ਬਾਅਦ ਗਲੋਬਲਾਈਜੇਸ਼ਨ ਦਾ ਦੌਰ ਆ, ਉਸ ਤੋਂ ਬਾਅਦ ਤੇ ਪੂਰੇ ਗਲੋਬਲ ਆਰਡਰ 'ਚ ਦੁਨੀਆ ਫਿੱਟ ਆ, ਤੇ ਇੰਡੀਆ ਵੀ ਉਸ ਗਲੋਬਲ ਆਰਡਰ 'ਚ ਫਿੱਟ ਹੈਗਾ। ਤਾਂ ਉਸ ਗਲੋਬਲ ਆਰਡਰ ਵਿਰੁੱਧ ਬਗਾਵਤ ਕੋਈ ਕਰ ਸਕਦੀ ਹੈ ਪਾਰਟੀ ਇੰਡੀਆ 'ਚ? ਕਿਉਂਕਿ ਇਹ ਗੱਲਾਂ ਹੁੰਦੀਆਂ ਰਹੀਆਂ, ਹੁਣ ਰਾਹੁਲ ਗਾਂਧੀ ਕਰ ਰਹੇ ਨੇ, ਪਹਿਲਾਂ ਆਪਾਂ ਦੇਖਿਆ ਹੈਗਾ ਕਿ ਬੀਜੇਪੀ ਦੇ ਬਹੁਤ ਸਾਰੇ ਲੋਕ ਇਹ ਗੱਲਾਂ ਕਰਦੇ ਸੀਗੇ ਕਿ ਇਹ 'ਚੋਂ ਬਾਹਰ ਆ ਜਾਓ, ਆ ਸੰਧੀ 'ਚੋਂ ਬਾਹਰ ਆ ਜਾਵਾਂਗੇ, ਐਵੇਂ ਕਰਾਂਗੇ, ਰੀਥਿੰਕ ਕਰਾਂਗੇ। ਮੈਨੂੰ ਲੱਗਦਾ ਕਿ ਇੱਕ ਦੋ ਸੰਧੀਆਂ ਵਿੱਚੋਂ ਬਾਹਰ ਆਉਣਾ ਇਜ਼ ਨਾਟ ਦੀ ਸੋਲੂਸ਼ਨ। ਮੈਨੂੰ ਲੱਗਦਾ ਕਿ ਸੋਲੂਸ਼ਨ ਹੈ ਤੁਹਾਡੀ ਅਪਰੋਚ ਜਿਹੜੀ ਹੈਗੀ ਹੈ। ਅੱਜ ਕੱਲ੍ਹ ਦੇ ਮਾਹੌਲ ਵਿੱਚ ਜਦ ਅਸੀਂ ਸੁਣਦੇ ਹਾਂ ਨਾ ਕਿ ਆਤਮ ਨਿਰਭਰ ਭਾਰਤ ਦਾ ਕਨਸੈਪਟ ਸਭ ਨੂੰ ਕਲੀਅਰ ਹੋਣਾ ਚਾਹੀਦਾ ਕਿ ਜਦ ਤੱਕ ਸਾਡੇ ਦੇਸ਼ ਦਾ ਜਿਹੜਾ ਕੋਈ ਵੀ ਸਿਟੀਜ਼ਨ ਹੈ, ਅਗਰ ਉਹਦੀ ਕੈਪੈਸਿਟੀ ਨਹੀਂ ਹੈ ਆਪਣੇ ਆਪ ਵਿੱਚ ਇੰਡੀਪੈਂਡੈਂਟ ਹੋਣਾ ਜਾਂ ਜਿਹਨੂੰ ਕਹਿੰਦੇ ਨਾ ਸੈਲਫ ਰਿਲਾਇੰਟ ਹੋਣਾ, ਤਦ ਤੱਕ ਉਹ ਕੁਛ ਗਰੋਥ, ਉਹ ਜਿਹਨੂੰ ਅਸੀਂ ਆਤਮ ਨਿਰਭਰ ਕਰਨੇ ਆ, ਉਹ ਨਹੀਂ ਹੋ ਸਕਦੀ ਹੈ। ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਆਤਮ ਨਿਰਭਰ ਭਾਰਤ ਵਾਜ਼ ਆਲਸੋ ਰਾਈਟ ਅਪਰੋਚ, ਲੇਕਿਨ ਸਾਡੇ ਇਕੋਨੋਮਿਸਟ ਨੇ ਇਸ ਤਰੀਕੇ ਨਾਲ ਪੇਸ਼ ਕਰਤਾ ਹੈਗਾ ਕਿ ਉਹ ਪਹਿਲੇ ਸ਼ੁਰੂਆਤ ਜਦ ਪ੍ਰਾਈਮ ਮਿਨਿਸਟਰ ਜੀ ਨੇ ਕਿਹਾ ਸੀਗਾ ਕਿ ਅਸੀਂ ਆਤਮ ਨਿਰਭਰ ਭਾਰਤ ਤਰਫ बढ़ांगे, ਤਾਂ ਉਸ ਟਾਈਮ ਕੁਝ ਇਕੋਨੋਮਿਸਟ ਨੇ ਲਿਖਿਆ ਸੀਗਾ ਕਿ ਸਭ ਇਹ ਤਾਂ ਵੀ ਆਰ ਗੋਇੰਗ 2 ਸਟੈਪਸ ਬੈਕਵਰਡ, ਇਹ ਵੀ ਲਿਖਿਆ ਗਿਆ ਸੀਗਾ। ਲੇਕਿਨ ਮੈਨੂੰ ਲੱਗਦਾ ਕਿ ਉਹ ਸ਼ਾਇਦ ਉਹਨਾਂ ਦੀ ਪੋਲੀਟੀਕਲ ਮਜਬੂਰੀ ਹੋਏਗੀ ਕਿ ਉਹਨਾਂ ਨੇ ਬਾਅਦ 'ਚ ਉਹਨੂੰ ਰਿਪੀਟ ਕਰਨਾ ਸ਼ੁਰੂ ਕਰਤਾ ਕਿ ਬਈ ਆਤਮ ਨਿਰਭਰ ਭਾਰਤ ਇਜ਼ ਰਾਈਟ ਵੇ। ਪਰ ਮੈਨੂੰ ਲੱਗਦਾ ਕਿ ਆਤਮ ਨਿਰਭਰ ਭਾਰਤ ਦਾ ਰਸਤਾ ਉਹ ਖੇਤੀ 'ਚੋਂ ਹੀ ਹੋ ਕੇ ਜਾਂਦਾ ਹੈ। ਜਿਸ ਦੇਸ਼ ਦਾ 50% ਪਾਪੂਲੇਸ਼ਨ ਜਿਹੜੀ ਹੈਗੀ ਹੈ ਉਹ ਇਨਕਮ ਵਾਸਤੇ ਵੀ ਤਰਸ ਰਹੀ ਹੈ। ਮੈਂ ਇਹ ਸ਼ਬਦ ਇਸ ਕਰਕੇ ਇਸਤੇਮਾਲ ਕਰ ਰਿਹਾ ਕਿ ਤੁਸੀਂ ਅਗਰ ਇਨਕਮ ਲੈਵਲ ਦੇਖੋ, ਇੱਕ ਸਟੱਡੀ ਆਈ ਸੀ, ਤੁਹਾਨੂੰ ਯਾਦ ਹੋਏਗਾ, ਇਕਨੋਮਿਕ ਸਰਵੇ ਨੇ ਸਟੱਡੀ ਕੀਤੀ ਸੀਗੀ, ਇਕਨੋਮਿਕ ਸਰਵੇ ਵਿੱਚ ਪਬਲਿਸ਼ ਸੀਗਾ 2016 ਦੇ ਇਕਨੋਮਿਕ ਸਰਵੇ ਵਿੱਚ, ਜਦ ਕਿਹਾ ਗਿਆ ਸੀ ਨਾ ਕਿ ਅਗਲੇ 5 ਸਾਲ ਵਿੱਚ ਕਿਸਾਨ ਦੀ ਆਏ ਦੁੱਗਣੀ ਕਰਾਂਗੇ। ਉਸੇ ਸਾਲ ਦੀ ਗੱਲ ਹੈ ਕਿ ਇਕਨੋਮਿਕ ਸਰਵੇ ਵਿੱਚ ਕਿਹਾ ਗਿਆ ਸੀਗਾ ਕਿ 17 ਰਾਜ ਵਿੱਚ ਹਿੰਦੁਸਤਾਨ ਵਿੱਚ 17 ਸਟੇਟਸ ਯਾਨੀ ਰਫਲੀ ਅੱਧਾ ਦੇਸ਼ ਹੋ ਗਿਆ, ਅੱਧੇ ਦੇਸ਼ ਵਿੱਚ ਕਿਸਾਨ ਪਰਿਵਾਰ ਦੀ ਔਸਤਨ ਆਏ 20,000 ਰੁਪਏ ਸਾਲ ਦੀ ਹੈ, ਯਾਨੀ 1700 ਰੁਪਏ 'ਚ ਘੱਟ 'ਚ ਕਿਸਾਨ ਪਰਿਵਾਰ ਗੁਜ਼ਾਰਾ ਕਰਦਾ ਹੈ। ਤਾਂ ਉਹ ਜਿਹੜਾ ਮੈਸੇਜ ਸੀਗਾ ਉਹ ਅਗਰ ਅਸੀਂ ਜ਼ਿਆਦਾ ਲੋਕਾਂ ਨੂੰ ਸਮਝ ਆਏ, ਉਸ ਟਾਈਮ ਵੀ ਸੋਸਾਇਟੀ ਨੇ ਉਸ ਗੱਲ 'ਤੇ ਚਰਚਾ ਨਹੀਂ ਕੀਤੀ, ਹਾਂਜੀ, ਔਰ ਉਹ ਚਰਚਾ ਨਹੀਂ ਹੋਈ। ਰਿਜ਼ਲਟ ਇਹ ਹੈ ਕਿ ਅਸੀਂ ਉਸ ਸਭ ਤਬਕੇ ਨੂੰ ਅਸੀਂ ਹੋਰ ਵੀ ਦਬਾਉਂਦੇ ਗਏ ਹੈਗੇ ਹਾਂ। ਇਕਨੋਮਿਕ ਗਰੋਥ ਦਾ ਜਿਹੜਾ ਹਿੱਸਾ ਉਹਨੂੰ ਮਿਲਣਾ ਚਾਹੀਦਾ ਉਹ ਉਹਨੂੰ ਨਹੀਂ ਮਿਲਿਆ ਹੈਗਾ। ਪਰ ਮੈਂ ਸਟਿਲ ਆਈ ਐਮ ਵੈਰੀ ਹੋਪਫੁਲ ਯਾਦਵਿੰਦਰ ਜੀ ਕਿ ਕਦੀ ਨਾ ਕਦੀ ਕੋਈ ਲੀਡਰਸ਼ਿਪ ਐਸੀ ਆਏਗੀ ਜਿਹੜਾ ਇਸ ਗੱਲ ਤੋਂ ਸਮਝੇਗੀ ਔਰ ਉਸ ਗੱਲ 'ਤੇ ਡਾਇਰੈਕਸ਼ਨ ਬਦਲਣ ਦੀ ਗੱਲ ਹੈ ਦੇਸ਼ ਵਾਸਤੇ ਕਿ ਬਈ ਉਹਨਾਂ ਨੂੰ ਅਸੀਂ ਐਮਪਾਵਰ ਕਰੀਏ ਕਿ ਬਈ ਉਹ ਆਪਣੇ ਆਪ ਸક્ષਮ ਹੋ ਜਾਣ, ਖੜੇ ਹੋ ਜਾਣ ਔਰ ਆਪਣੀ ਉਹਨਾਂ ਦੀ ਇੰਨੀ ਇਨਕਮ ਹੋਏ ਕਿ ਜਿਹੜੀ ਬਾਕੀ ਸੈਕਸ਼ਨ ਆਫ ਦੀ ਸੋਸਾਇਟੀ ਹੈ ਉਹਦੇ ਨਾਲ ਮੁਕਾਬਲਾ ਤਾਂ ਹੋਏ ਨਾ ਉਹਦਾ। ਮੈਂ ਇਸ ਕਰਕੇ ਪੁੱਛਿਆ ਤੁਹਾਨੂੰ ਇਹ ਗੱਲ ਕਿ ਅਸੀਂ ਦੇਖ ਰਹੇ ਹਾਂ ਇੰਡੀਆ ਦੀ ਜਿਹੜੀ ਇਕਨੋਮਿਕ ਪਾਲਿਸੀ ਹੈਗੀ ਨਾ, ਉਹ ਸਰਕਾਰ ਕੋਈ ਵੀ ਰਹੀ ਹੋਵੇ ਪਿਛਲੇ ਦੌਰ 'ਚ, ਉਹ ਇੱਕ ਸੇਮ ਤਰ੍ਹਾਂ ਦੀ ਪਾਲਿਸੀ ਹੈ ਔਰ ਉਸ ਪਾਲਿਸੀ ਦੇ ਤਹਿਤ ਕਿਹੜੇ ਸੈਕਟਰਾਂ ਨੂੰ ਅੱਗੇ ਵਧਾਉਣਾ
ਔਰ ਕਿਹੜੇ ਸੈਕਟਰਾਂ ਨੂੰ ਪਿੱਛੇ ਧੱਕਣਾ। ਜਾਂ ਆਪਾਂ ਦੁਨੀਆ ਦੇ ਅੰਦਰ ਵੀ ਗੱਲ ਕਰ ਲਈ, ਦੁਨੀਆ ਦੇ ਅੰਦਰ ਵੀ ਲਗਭਗ ਵੀ ਐਗਰੀਕਲਚਰ ਜਿੱਥੇ ਬਚੀ ਆ ਠੀਕ ਆ ਉੱਥੇ ਸਬਸਿਡਾਈਜ਼ ਕਰ ਰਿਹਾ ਕੋਈ, ਨਹੀਂ ਉਹਨੂੰ ਐਗਰੀਕਲਚਰ ਦੀ ਅੱਗੇ ਗਰੋਥ ਹੋਵੇ ਇਹਦੇ 'ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕਿਤੇ ਵੀ। ਦੂਜੀ ਗੱਲ ਆ ਇੰਡੀਆ ਦੇ ਅੰਦਰ ਵੀ ਆਪਾਂ ਦੇਖ ਰਹੇ ਹਾਂਗੇ ਕਿ ਸਰਵਿਸ ਸੈਕਟਰ ਲੈ ਲਓ ਜਾਂ ਹੋਰ ਸੈਕਟਰ ਲੈ ਲਓ ਕਿ ਇਹਨਾਂ ਸੈਕਟਰਾਂ 'ਤੇ ਫੋਕਸ ਕਰੋ ਤੁਸੀਂ, ਕਿਉਂਕਿ ਦੁਨੀਆ ਦੀ ਇਕੋਨਮੀ ਦੇ ਅੰਦਰ ਇਹੀ ਸੈਕਟਰ ਸਭ ਤੋਂ ਜ਼ਿਆਦਾ ਕੰਟਰੀਬਿਊਟ ਕਰਦੇ ਨੇ। ਐਗਰੀਕਲਚਰ ਤਾਂ ਜੀ ਕਿਉਂਕਿ ਦੁਨੀਆ ਪਿੱਛੇ ਹਟ ਰਹੀ ਹੈ, ਆਪਾਂ ਕਿੱਧਰ ਜਾ ਰਹੇ ਹਾਂ, ਇਹ ਇੱਕ ਇਕਨੋਮਿਕ ਸਮਝ ਆ ਗਈ, ਤਾਂ ਮੈਂ ਪੁੱਛ ਰਿਹਾ ਗਾ। ਨਹੀਂ, ਤੁਹਾਡੀ ਗੱਲ ਬਿਲਕੁਲ ਠੀਕ ਹੈ, ਮੈਂ ਤੁਹਾਡੀ ਸਮਝ ਏਜੰਡਾ ਤਾਂ ਇਹੀ ਚੱਲ ਰਿਹਾ ਕਿ ਉਹਨਾਂ ਨੂੰ ਬਾਹਰ ਕਰੋ, ਐਗਰੀਕਲਚਰ 'ਚੋਂ ਬਾਹਰ ਕਰਨਾ ਬੰਦੇ, ਤੁਹਾਡੀ ਸਮਝ ਹੌਲੀ ਉਹਨਾਂ ਨੂੰ ਇੱਧਰ ਲੈ ਕੇ ਆਉਣਾ। ਜੇ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਗੱਲ ਬਿਲਕੁਲ ਠੀਕ ਹੈ, ਕਿਉਂਕਿ ਸਾਡਾ ਪ੍ਰਯਾਸ ਜਿਹੜਾ ਹੈਗਾ ਇੰਡੀਆ 'ਚ ਹੋਏ ਜਾਂ ਗਲੋਬਲੀ ਹੋਏ, ਉਹ ਇਹ ਹੈ ਕਿ ਖੇਤੀ 'ਚੋਂ ਲੋਕਾਂ ਨੂੰ ਕੱਢੋ। ਉਹਨਾਂ ਦਾ ਇਕਨੋਮਿਕ ਗਰੋਥ ਮਾਡਲ ਇਹ ਕਹਿੰਦਾ ਹੈ ਕਿ ਜਿੰਨੇ ਜ਼ਿਆਦਾ ਲੋਕੀ ਖੇਤੀ ਵਿੱਚ ਹੋਣਗੇ ਉਹਨਾਂ ਤੁਹਾਡਾ ਗਰੋਥ ਨਹੀਂ ਹੋ ਸਕਦੀ ਹੈ। ਸੋ ਅਮਰੀਕਾ ਨੇ ਕੋਸ਼ਿਸ਼ ਕੀਤੀ, ਅੱਜ ਉਹਨਾਂ ਦਾ 1.5% ਪਾਪੂਲੇਸ਼ਨ ਰਹਿ ਗਈ ਹੈ ਖੇਤੀ ਵਿੱਚ। ਹਾਂਜੀ, ਯੂਰਪ ਨੇ ਕੀਤੀ, ਉੱਥੇ ਮਾਤਰ 1% ਅਗਰ ਐਵਰੇਜ ਦੇਖ ਲਓ 1 ਜਾਂ 2% ਦੇ ਵਿੱਚ ਫਲਕਚੁਏਟ ਕਰਦੀ ਹੈ, ਉੱਥੇ ਵੀ ਇੰਨੇ ਬੰਦੇ ਰਹਿ ਗਏ ਖੇਤੀ ਵਿੱਚ। ਹਿੰਦੁਸਤਾਨ 'ਚ ਵੀ ਕਿਉਂਕਿ ਸਾਡੇ ਕੋਲ ਜਿਸ ਤਰ੍ਹਾਂ ਆਪਾਂ ਗੱਲ ਪਹਿਲੇ ਕੀਤੀ ਹੈ ਕਿ 47% ਤਾਂ ਅਗਰ ਪੂਰੇ ਇਕਨੋਮਿਕ ਡਾਟਾ ਦੇ ਵਿੱਚ ਜਾਓਗੇ ਤਾਂ ਇਹਦਾ ਮਤਲਬ ਹੈ ਕਿ ਤਕਰੀਬਨ 60 ਕਰੋੜ ਲੋਕ ਖੇਤੀ 'ਤੇ ਡਿਪੈਂਡੈਂਟ ਹੈਗੇ। ਸਾਨੂੰ ਵੀ ਉਹ ਬਲਾਈਂਡਲੀ ਮਾਡਲ ਫੋਲੋ ਕਰਨਾ, ਸਾਡੀ ਲੀਡਰਸ਼ਿਪ ਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ ਕਿ ਅਸੀਂ ਕਿਉਂ ਉਸ ਬਲਾਈਂਡਲੀ ਮਾਡਲ ਨੂੰ ਲੈ ਕੇ ਚੱਲੇ ਹੋਏ ਹਾਂ ਜਿਹੜਾ ਕਹਿੰਦਾ ਕਿ ਲੋਕਾਂ ਨੂੰ ਪਿੰਡਾਂ 'ਚੋਂ ਕੱਢੋ, ਸ਼ਹਿਰ ਤਰਫ ਲੈ ਕੇ ਆਓ। ਮੈਨੂੰ ਲੱਗਦਾ ਕਿ ਸਾਡੇ ਕੋਲ ਜਿਹੜਾ ਕਰਨ ਦੀ ਜ਼ਰੂਰਤ ਹੈਗੀ ਹੈ ਉਹ ਸਾਨੂੰ ਪਿੰਡਾਂ ਨੂੰ ਰੀਬਿਲਡ ਕਰਨ ਦੀ ਜ਼ਰੂਰਤ ਹੈਗੀ, ਐਗਰੀਕਲਚਰ ਨੂੰ ਰੀਬਿਲਡ ਕਰਨ ਦੀ ਜ਼ਰੂਰਤ ਹੈ ਕਿ ਤਾਂ ਕਿ ਜਿਹੜੀ ਐਕਸੈਸ ਜਿਹੜੀ ਸਾਡੇ ਮਾਈਗ੍ਰੇਸ਼ਨ ਹੋ ਰਹੀ ਹੈ ਟੂਵਰਡਸ ਦੀ ਸਿਟੀਜ਼ ਉਹ ਬਲੌਕ ਹੋਏ, ਬੰਦ ਹੋਏ, ਕਿਉਂਕਿ ਸਾਨੂੰ ਚਾਹੀਦਾ ਹੈਗਾ ਰਿਵਰਸ ਮਾਈਗ੍ਰੇਸ਼ਨ। ਉਹ ਕਿਉਂ ਨਹੀਂ ਅਸੀਂ ਜਾ ਸਕਦੇ? ਕਿਆ ਲੀਡਰਸ਼ਿਪ ਸਾਡੀ ਇੰਨੀ ਕਮਜ਼ੋਰ ਹੈਗੀ ਹੈ? ਮੈਂ ਨਹੀਂ ਮੰਨਦਾ ਕਿ ਲੀਡਰਸ਼ਿਪ ਕਮਜ਼ੋਰ ਹੈਗੀ ਹੈ, ਲੇਕਿਨ ਉਹਦੇ ਆਸ-ਪਾਸ ਜਿਹੜੇ ਐਡਵਾਈਜ਼ਰ ਹੁੰਦੇ ਆ ਉਹਨਾਂ ਦੇ ਉੱਪਰ ਤਾਂ ਮੈਂ ਨਹੀਂ ਸਵਾਲ ਕਰਨਾ ਚਾਹਾਂਗਾ, ਕਿਉਂਕਿ ਆਫਟਰ ਆਲ ਉਹੀ ਸੋਚ ਅੱਗੇ ਜਾਂਦੀ ਹੈਗੀ ਹੈ। ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਪੋਲੀਟੀਕਲ ਲੀਡਰਸ਼ਿਪ ਇਸ ਗੱਲ ਨੂੰ ਸਮਝਦੀ ਹੈ, ਲੇਕਿਨ ਇਕਨੋਮਿਕ ਜਿਹੜਾ ਇੱਕ ਜਿਹਨੂੰ ਕਹਿੰਦੇ ਨਾ ਆਪਾਂ ਇੱਕ ਨੈਰੇਟਿਵ ਜਿਹੜਾ ਬਿਲਡ ਅਪ ਕਰਤਾ ਹੈਗਾ, ਹਾਂਜੀ, ਉਹ ਇਸ ਤਰ੍ਹਾਂ ਦਾ ਕਰਤਾ ਹੈ ਕਿ ਤੁਹਾਡੇ ਕੋਲ ਹੋਰ ਕੋਈ ਚਾਰਾ ਨਹੀਂ ਹੈ। ਮੈਨੂੰ ਲੱਗਦਾ ਕਿ ਉਹ ਜਿਹੜਾ ਹੈ ਨਾ ਕਿ ਦੇਰ ਇਜ਼ ਨੋ ਆਲਟਰਨੇਟਿਵ, ਉਹਨੂੰ ਤੋੜਨ ਦੀ ਜ਼ਰੂਰਤ ਹੈ। ਟੀਨਾ ਫੈਕਟਰ ਜਿਹਨੂੰ ਆਪਾਂ ਕਹਿੰਦੇ ਹੈਗੇ, ਔਰ ਕੋਈ ਐਸੀ ਹੈਰਾਨਗੀ ਨਹੀਂ ਹੋਣੀ ਚਾਹੀਦੀ ਹੈ ਕੋਈ ਵੀ ਲੀਡਰ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਵਿੱਚ ਉਹ ਉਸ ਪੋਜੀਸ਼ਨ ਨੂੰ ਲਏਗਾ ਔਰ ਲੈਣਾ ਵੀ ਪਏਗਾ, ਕਿਉਂਕਿ ਜੋ ਇਤਿਹਾਸਿਕ ਰੋਡ ਮੈਪ ਹੈ ਸਾਡੇ ਵਾਸਤੇ ਉਹਨੂੰ ਬ੍ਰੇਕ ਕਰਨਾ ਪਏਗਾ ਤਾਂ ਕਿ ਅਸੀਂ, ਮੇਰਾ ਮੰਨਣਾ ਇਹ ਹੈ ਕਿ ਐਗਰੀਕਲਚਰ ਇਜ਼ ਦੀ ਸੈਕਿੰਡ ਇੰਜਨ ਆਫ ਗਰੋਥ। ਜਦ ਸਾਡੇ ਇੱਥੇ ਇਕਨੋਮਿਕ ਲਿਬਰਲਾਈਜੇਸ਼ਨ ਆਈ ਹੈ ਉਸ ਸਮੇਂ ਦੇ ਜਿਹੜੇ ਕਰਤਾ ਧਰਤਾ ਸੀਗੇ ਜਾਂ ਨਿਰਧਾਰਕ ਸੀਗੇ ਉਹਨਾਂ ਨੇ ਇੱਕ ਗਲਤੀ ਕੀਤੀ ਹੈਗੀ ਹੈ, ਔਰ ਉਹ ਗਲਤੀ ਕੀਤੀ ਕਿ ਉਹਨਾਂ ਨੇ ਇੰਡਸਟਰੀ ਨੂੰ ਉਹਨਾਂ ਨੇ ਇੰਜਨ ਆਫ ਗਰੋਥ ਬਣਾਇਆ ਸਿਰਫ, ਔਰ ਐਗਰੀਕਲਚਰ ਨੂੰ ਤਾਂ ਇਗਨੋਰ ਕਰਨ ਦੀ ਗੱਲ ਕੀਤੀ ਹੈ। ਲੇਕਿਨ ਅਗਰ ਉਸ ਟਾਈਮ ਵੀ ਤੁਸੀਂ ਸੋਚੋ ਕਿ ਅਗਰ ਸਾਡੇ ਉਸ ਜਿਹੜੇ ਵੀ ਪਾਲਿਸੀ ਮੇਕਰ ਸੀ ਉਸ ਟਾਈਮ ਉਹਨਾਂ ਨੇ ਅਗਰ ਐਗਰੀਕਲਚਰ ਨੂੰ ਸੈਕਿੰਡ ਇੰਜਨ ਆਫ ਗਰੋਥ ਬਣਾਇਆ ਹੁੰਦਾ, ਸਾਡੇ ਦੇਸ਼ ਦਾ ਜਿਹੜਾ ਇਕਨੋਮਿਕ ਫੇਸ ਹੈ ਉਹ ਕਿਸੇ ਹੋਰ ਲੈਵਲ ਤੇ ਹੋਣਾ ਸੀਗਾ। ਸੋ ਆਈ ਥਿੰਕ ਦੈਟ ਵੀ ਨੀਡ ਟੂ ਅੰਡਰਸਟੈਂਡ ਐਂਡ ਆਈ ਥਿੰਕ ਵੀ ਸ਼ੁੱਡ ਸਟੈਂਡ ਅਪ ਐਂਡ ਆਸਕ ਰਾਈਟ ਕਾਈਂਡ ਆਫ ਕੁਐਸਚਨਸ। ਕਿਉਂ ਨਹੀਂ ਪੁੱਛ ਸਕਦੇ ਆਪਾਂ ਸਵਾਲ, ਤਾਂ ਕਿ ਤਾਂ ਹੀ ਜਾ ਕੇ ਲੋਕਾਂ ਤੋਂ ਜਵਾਬ ਠੀਕ ਮਿਲੇਗਾ ਨਾ। ਇਹ ਰਿਪੋਰਟ ਵੀ ਤਾਂ ਇੱਕ ਤਰ੍ਹਾਂ ਹੀ ਰਿਫਲੈਕਟ ਕਰ ਰਹੀ ਹੈ ਨਾ ਕਿ ਦੇਖੋ ਐਡਾ ਵੱਡਾ ਘਾਟਾ ਹੈਗਾ ਅਤੇ ਕੋਈ ਧਿਆਨ ਨਹੀਂ ਹੈਗਾ। ਵਧੀਆ ਘਾਟਾ 'ਚ ਜਾਵੇ ਐਗਰੀਕਲਚਰ ਤੇ ਠੀਕ ਹੈਗਾ, ਮਤਲਬ ਉਹ ਸਾਫ਼ ਹੋਵੇ, ਰਾਹ ਪੱਧਰਾ ਹੋਵੇ। ਦੇਖੋ ਨਾ, ਰਿਪੋਰਟ ਤਾਂ ਬੜੀ ਸਾਫ਼ ਕਹਿ ਰਹੀ ਹੈ, ਤੁਸੀਂ ਬਿਲਕੁਲ ਠੀਕ ਹੈ। ਰਿਪੋਰਟ ਦੀ ਜੇ ਦੂਜੇ ਪਾਸੇ ਆਈਏ ਆਪਾਂ ਕਿ ਠੀਕ ਹੈ, ਜੇ ਤੁਸੀਂ ਐਗਰੀਕਲਚਰ 'ਚੋਂ ਬਾਹਰ ਕਿਵੇਂ ਕਰੋਗੇ ਲੋਕਾਂ ਨੂੰ? ਜੀ ਡੇਢ ਘਾਟੇ ਨਹੀਂ, ਰਿਪੋਰਟ ਇਹ ਕਹਿ ਰਹੀ ਹੈ ਕਿ ਵੀ ਤੁਸੀਂ ਇਹ ਇਗਨੋਰ ਕਰ। ਉਹ ਦੇਖੋ ਨਾ, ਸਾਰੇ 54 ਦੇਸ਼ਾਂ ਦੀ ਮੈਂ ਗੱਲ ਕੀਤੀ ਹੈ, ਉਹਨਾਂ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਸਪੋਰਟ ਮਿਲਦੀ ਹੈ ਨਾਰਵੇ 'ਚ ਮਿਲਦੀ ਹੈਗੀ ਹੈ। ਹਾਂਜੀ, ਤਕਰੀਬਨ 70%। ਤੁਸੀਂ ਦੇਖੋ ਅਸੀਂ 70% ਸਪੋਰਟ ਉਹਨਾਂ ਨੂੰ ਸਰਕਾਰ ਦਿੰਦੀ ਹੈਗੀ ਹੈ ਬਾਈ ਵੇ ਆਫ ਸਬਸਿਡੀ ਔਰ ਵਾਟ ਐਵਰ, ਔਰ ਉਹ ਸક્ષਮ ਤਾਂ ਹੋਣਾ ਹੀ ਹੈ ਕਿਸਾਨ। ਫਿਰ ਉਹ ਸਾਡੇ ਦੇਸ਼ ਵਿੱਚ ਵੀ ਆਰ ਐਟ ਦੀ ਬਾਟਮ 54 ਜਿਹੜੀ ਮੇਜਰ ਕੰਟਰੀਜ਼ ਹੈਗੀਆਂ ਉਹਦੇ 'ਚ ਬਾਟਮ 'ਤੇ ਹੈਗੀਆਂ। ਔਰ ਉਹਦੇ 'ਚ ਸਭ ਤੋਂ ਵੱਡੀ ਗੱਲ ਹੈ ਕਿ ਸਾਡਾ ਜਿਹੜਾ ਲਾਸ ਹੈ, ਹਾਂਜੀ, ਉਹ ਤਾਂ ਹਰ ਸਾਲ ਹੁੰਦਾ ਹੀ ਹੈ, ਲੇਕਿਨ ਉਹ ਕਹਿ ਰਿਹਾ ਕਿ 20 ਸਾਲਾਂ ਤੋਂ ਸਾਨੂੰ ਬਜਟਰੀ ਸਪੋਰਟ ਦੇ ਨਾਲ ਪ੍ਰਯਾਸ ਹੀ ਨਹੀਂ ਕੀਤਾ ਗਿਆ ਕਿ ਉਸ ਲਾਸ ਨੂੰ ਕਵਰ ਅਪ ਕਰਤਾ ਜਾਏ। ਇਹ ਮਤਲਬ ਕਿਤੇ ਨਾ ਕਿਤੇ ਸਾਡੀ ਸੋਚ ਵਿੱਚ ਪ੍ਰੋਬਲਮ ਹੈਗੀ ਹੈ। ਕਿਉਂ ਨਹੀਂ ਇਸ ਰਿਪੋਰਟ ਦੇ, ਅਗਰ ਆਪਾਂ ਨਹੀਂ ਵੀ ਐਗਰੀ ਕਰਦੇ ਜਾਂ ਐਗਰੀ ਕਰਦੇ ਹੈਗੇ ਆ, ਇੱਕ ਡਿਬੇਟ ਕਿਉਂ ਨਹੀਂ ਹੋ ਸਕਦੀ? ਜਦ ਅਸੀਂ ਇਸ ਚੀਜ਼ 'ਤੇ ਡਿਬੇਟ ਕਰ ਸਕਦੇ ਹਾਂ ਕਿ 70 ਘੰਟੇ ਤੁਹਾਨੂੰ ਹਰ ਹਫ਼ਤੇ ਕੰਮ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਨਾਰਾਇਣ ਮੂਰਤੀ ਨੇ ਜੋ ਕਹਿਤਾ ਹੈਗਾ, ਤਾਂ ਆਪਾਂ ਇਹ ਕਿਉਂ ਨਹੀਂ ਡਿਬੇਟ ਕਰ ਸਕਦੇ ਕਿ ਵੀ 14 ਲੱਖ ਕਰੋੜ ਜਿਹੜਾ ਹੈਗਾ ਉਹਨੂੰ ਕਿਸ ਤਰ੍ਹਾਂ ਓਵਰਕਮ ਕੀਤਾ ਜਾਏ ਜਾਂ ਕਿਸ ਤਰ੍ਹਾਂ ਉਹ ਲਾਸ ਨਾ ਹੋਣਾ ਚਾਹੀਦਾ ਜਾਂ ਨਹੀਂ ਹੋਏ। ਉਹਨਾਂ 'ਤੇ ਡਿਬੇਟ ਕਿਉਂ ਨਹੀਂ ਹੁੰਦੀ ਹੈ? ਤੁਸੀਂ ਜੋ ਸਵਾਲ ਪਹਿਲੇ ਪੁੱਛਿਆ ਸੀ, ਇਹੀ ਪੁੱਛਿਆ ਸੀ ਨਾ ਕਿ ਵੀ ਐਗਰੀਕਲਚਰ ਦੀ ਗੱਲ ਕਿਉਂ ਨਹੀਂ ਹੁੰਦੀ ਹੈ? ਕਿਉਂਕਿ ਉਹ ਵਿਚਾਰਾ ਗਰੀਬ ਆਦਮੀ ਜਿਹੜਾ ਹੈਗਾ, ਤੁਹਾਨੂੰ ਲੱਗਦਾ ਕਿ ਇਹ ਤਾਂ ਬਰਡਨ ਹੈਗਾ ਦੇਸ਼ ਦੇ ਉੱਪਰ, ਜਿੰਨੀ ਜਲਦੀ ਉਤਾਰਤਾ ਜਾਏ ਉਨਾ ਜਲਦੀ ਅੱਛਾ ਹੋਗਾ। ਸਾਡਾ ਕਸਟਮਰ ਹੀ ਨਹੀਂ ਹੈਗਾ। ਲੇਕਿਨ ਤਾਂ ਆਫਟਰ ਆਲ ਜਿਹੜੀ ਸਰਕਾਰਾਂ ਆਉਂਦੀਆਂ ਉਹ ਤਾਂ ਸਭ ਨੂੰ 140 ਕਰੋੜ ਨੂੰ ਜੋ ਜਿਸ ਤਰ੍ਹਾਂ ਕਹਿੰਦੇ ਆ ਸਾਡੇ ਪ੍ਰਾਈਮ ਮਿਨਿਸਟਰ, ਉਹਨਾਂ ਨੂੰ ਰਿਪਰੈਜ਼ੈਂਟ ਕਰਦੀਆਂ ਨਾ। ਤਾਂ ਦੇ ਹੈਵ ਟੂ ਫੋਕਸ ਔਨ ਦਿਸ ਪਾਰਟ। ਕਦ ਤੱਕ ਤੁਸੀਂ ਇਸ ਗੱਲ ਨੂੰ ਇਗਨੋਰ ਕਰਦੇ ਜਾਓਗੇ? ਜ਼ਰੂਰੀ ਹੈ ਕਿ ਜਦ ਹਾਲਾਤ ਬਹੁਤ ਖਰਾਬ ਹੋ ਜਾਣ ਤਦ ਤੁਸੀਂ ਵੇਕ ਅਪ ਕਰੋ। ਪਰ ਇੰਨਾ ਘੱਟ ਬਜਟ ਤੁਸੀਂ ਕਹਿੰਦੇ ਹੋ, ਬਾਕੀ ਕੰਟਰੀਆਂ ਦੇ ਅੰਦਰ ਬਜਟਰੀ ਸਪੋਰਟ ਜਿਹੜੀ ਹੈਗੀ, ਬਾਕੀ ਤਰ੍ਹਾਂ ਦੀ ਸਪੋਰਟ ਇੱਕ ਹੈਗੀ ਨਾਰਵੇ ਤੁਸੀਂ ਸਭ ਤੋਂ ਜ਼ਿਆਦਾ ਕਹਿੰਦੇ ਹੋਗੇ,
ਤੇ ਇਸ ਲੈਵਲ ਦੇ ਉੱਤੇ ਵੀ ਜਦੋਂ, ਕਿਉਂਕਿ ਐਗਰੀਕਲਚਰ ਤੇ ਗੱਲ ਤਾਂ ਆਮ ਤੌਰ ਤੇ ਪੋਲੀਟੀਕਲ ਨੈਰੇਟਿਵ 'ਚ ਤਾਂ ਕਰ ਹੀ ਦਿੰਦੇ ਆ, ਖਾਸ ਤੌਰ ਤੇ ਇਲੈਕਸ਼ਨਾਂ ਵੇਲੇ ਤਾਂ ਹਰ ਪੋਲੀਟੀਕਲ ਪਾਰਟੀ ਆ ਕੇ ਦੀ ਗੱਲ ਕਰਦੀ ਹੈਗੀ। ਰਾਹੁਲ ਗਾਂਧੀ ਵੀ ਪਿਛਲੇ ਦਿਨਾਂ 'ਚ ਕਿਸਾਨਾਂ ਸੀਗੇ, PM ਵੀ ਆਪਾਂ ਦੇਖਿਆ ਜਦੋਂ ਪਿਛਲੀਆਂ ਇਲੈਕਸ਼ਨਾਂ ਸੀਗੀਆਂ, ਲਗਾਤਾਰ ਕਿਸਾਨਾਂ ਦੇ ਨਾਲ ਚਰਚਾ, ਬਹੁਤ ਸਾਰੀਆਂ ਗੱਲਾਂ। ਅਤੇ ਤੀਜੇ ਪਾਸੇ ਸਾਡੀਆਂ ਕਿਸਾਨ ਯੂਨੀਅਨਾਂ ਨੇ, ਜਿਨ੍ਹਾਂ 'ਚ ਇਕਨੋਮਿਕ ਡਾਟੇ ਨੂੰ ਲੈ ਕੇ ਇਸ ਤਰ੍ਹਾਂ ਦੀ ਇਕੱਲੀ ਸਵਾਮੀਨਾਥਨ ਰਿਪੋਰਟ ਤੋਂ ਬਿਨਾਂ ਕਦੇ ਚਰਚਾ ਨਹੀਂ ਹੁੰਦੀ। ਸਰ ਇਹ ਬੜਾ ਇੰਟਰਸਟਿੰਗ ਹੈ। ਦੇਖੋ ਤੁਸੀਂ ਸਵਾਮੀਨਾਥਨ ਕਮਿਸ਼ਨ ਦੀ ਗੱਲ ਕੀਤੀ, ਕਿਸਾਨ ਜਥੇਬੰਦੀਆਂ ਦੀ ਗੱਲ ਕੀਤੀ। ਆਈ ਥਿੰਕ ਇੱਥੇ ਵੀ ਇੱਕ ਕਿਤੇ ਨਾ ਕਿਤੇ ਸਾਡੀ ਐਕਸੈਪਟੈਂਸ ਹੋਣੀ ਚਾਹੀਦੀ ਹੈਗੀ ਕਿ ਫਾਰਮਿੰਗ ਗਰੁੱਪਸ ਨੇ ਕਿਉਂ ਉਸ ਗੱਲ ਨੂੰ ਨਹੀਂ ਉਠਾਇਆ ਜਾਂ ਕਿਉਂ ਨਹੀਂ ਉਠਾ ਪਾਏ। ਦੋਨੋਂ ਚੀਜ਼ਾਂ ਹੋ ਸਕਦੀਆਂ। ਤੁਸੀਂ ਦੇਖੋ ਕਿ ਤੁਹਾਨੂੰ ਯਾਦ ਹੋਏਗਾ ਜਦ ਕਿਸਾਨ ਅੰਦੋਲਨ ਹੋਇਆ ਸੀਗਾ, ਕਿਸਾਨਾਂ ਦੀ ਡਿਮਾਂਡ ਸੀਗੀ ਕਿ ਸਾਰੀ ਫਸਲਾਂ MSP ਤੇ ਖਰੀਦੀ ਜਾਏ। ਉਸ ਟਾਈਮ ਕੀ ਕਿਹਾ ਗਿਆ ਕਿ ਬਈ 17 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਏਗਾ ਜੇ ਅਸੀਂ ਸਾਰੀ ਫਸਲਾਂ ਨੂੰ MSP ਤੇ ਖਰੀਦਾਂਗੇ। ਉਸ ਟਾਈਮ 23 ਫਸਲਾਂ ਦੀ ਗੱਲ ਹੋ ਰਹੀ ਹੈਗੀ ਹੈ ਜਿਨ੍ਹਾਂ ਦੇ ਉੱਪਰ MSP ਅਨਾਊਂਸ ਹੁੰਦਾ ਹੈ, ਔਰ 2 ਫਸਲਾਂ ਜਾਂ ਮੈਂ 3 ਕਹਿ ਲੈਣਾ, ਕਣਕ, ਝੋਨਾ ਔਰ ਕਾਟਨ, ਇਹ 3 ਫਸਲਾਂ ਜਿਹੜੀ ਹੈਗੀਆਂ ਇਹ ਪ੍ਰੋਕਿਉਰਮੈਂਟ ਦੇ ਉੱਚ ਦਾਇਰੇ ਵਿੱਚ ਆਉਂਦੀਆਂ ਹੈਗੀਆਂ। ਕੁਝ ਪਲਸਿਸ ਵੀ ਹੈਗੀਆਂ। ਮਤਲਬ ਇਹ ਕਹਿੰਦਾ ਕਿ ਉਸ ਦੌਰ ਤੇ ਕਿਹਾ ਗਿਆ ਕਿ ਵੀ 17 ਲੱਖ ਕਰੋੜ ਰੁਪਏ ਦਾ ਬਰਡਨ ਆ ਜਾਏਗਾ ਸਰਕਾਰ ਦੇ ਉੱਪਰ। ਹੁਣ ਦੇਖੋ ਕਿ ਇੱਕ ਰਿਪੋਰਟ ਆਉਂਦੀ ਹੈ ਹੁਣ ਹਾਲ 'ਚ, ਇੱਕ ਚਾਰਟ ਵੀ ਬੜਾ ਅੱਛਾ ਬਣਾ ਕੇ ਦਿੱਤਾ ਹੈ ਉਹਨਾਂ ਨੇ। ਜਿਹੜੀ ਮੇਜਰ ਕ੍ਰੌਪਸ ਹੈਗੀ ਨਾ 23 ਵਿੱਚੋਂ, ਕੁਛ ਤਾਂ ਛੋਟੀਆਂ ਹੈਗੀਆਂ, ਉਹਨਾਂ ਦਾ ਜ਼ਿਆਦਾ ਕੋਈ ਸਰਪਲਸ ਨਹੀਂ ਹੁੰਦਾ ਹੈ ਨਾ। ਜਿਹੜੀ ਮੇਜਰ ਕ੍ਰੌਪਸ ਉਹਨਾਂ ਨੂੰ ਵਰਕਆਊਟ ਕੀਤਾ ਹੈ ਸਰ, ਟੋਟਲ ਜਿਹੜਾ ਖਰਚਾ ਅਗਰ ਅਸੀਂ MSP ਨੂੰ ਅੱਜ ਲਾਗੂ ਕਰ ਦਈਏ ਕਿ ਵੀ MSP ਤੋਂ ਥੱਲੇ ਖਰੀਦ ਨਹੀਂ ਹੋਏਗੀ, ਸਰਕਾਰ ਦੇ ਉੱਪਰ 36,150 ਕਰੋੜ ਦਾ ਬਰਡਨ ਹੈ। ਤੁਸੀਂ ਦੇਖੋ ਇਸ ਹਿੰਦੁਸਤਾਨ ਵਿੱਚ ਕਿਆ ਅਸੀਂ ਕਿਸਾਨਾਂ ਵਾਸਤੇ 36,150 ਕਰੋੜ ਦਾ ਪ੍ਰਾਵਧਾਨ ਨਹੀਂ ਕਰ ਸਕਦੇ? ਇਟ ਇਜ਼ ਅ ਡ੍ਰੌਪ ਇਨ ਦੀ ਓਸ਼ਨ, ਤੁਸੀਂ ਮੰਨੋਗੇ? ਹਾਂਜੀ, ਲੇਕਿਨ ਨਹੀਂ ਕੀਤਾ ਜਾਂਦਾ। ਕਿਉਂ? ਕਿਉਂਕਿ ਇੱਕ ਨੈਰੇਟਿਵ ਬਣਾਤਾ ਗਿਆ, ਉਹ 17 ਲੱਖ ਕਰੋੜ ਦਾ ਨੁਕਸਾਨ ਹੋਏਗਾ, ਕਿੱਥੋਂ ਅਸੀਂ ਆਪਣਾ ਇੰਨਾ ਪੇ ਕਰ ਪਾਵਾਂਗੇ। ਇਹ ਸਾਰੀ ਗੱਲਾਂ ਹੋਈਆਂ ਹੈਗੀਆਂ। ਲੇਕਿਨ ਸਰ ਇੰਟਰਸਟਿੰਗਲੀ ਮੈਂ ਇੱਕ ਕਿਤਾਬ ਆਈ ਹੈਗੀ ਹੈ, ਵੀ ਆਲਸੋ ਮੇਕ ਪੋਲਿਸੀ ਬਾਈ ਇੱਕ ਸਾਡੇ ਪੁਰਾਣੇ ਫਾਈਨਾਂਸ ਸੈਕਟਰੀ ਸਾਹਿਬ ਸੁਭਾਸ਼ ਚੰਦਰ ਗਰਗ ਨੇ ਕਿਤਾਬ ਲਿਖੀ ਹੈ, ਔਰ ਉਸ ਦੇ ਟਾਈਮ 'ਤੇ ਲਿਖੀ ਹੈ ਜਦ ਇਹ ਸਾਰੀ ਗੱਲਾਂ ਹੋ ਰਹੀ ਸੀਗੀਆਂ ਕਿ ਵੀ ਸਵਾਮੀਨਾਥਨ ਦੇ ਕਮਿਸ਼ਨ ਦੇ ਹਿਸਾਬ ਨਾਲ ਚਾਹੇ ਦੂਜਾ ਫਾਰਮੂਲਾ ਲਗਾਇਆ ਜਾਏ A2+FL ਯਾਨੀ ਕਾਸਟ ਦੇ ਉੱਪਰ, ਉਹਨਾਂ ਨੇ ਕਿਹਾ ਕਿ ਤੁਸੀਂ 50% ਦਿਓ। ਉਸ ਟਾਈਮ ਵੀ ਜਦ ਗੱਲ ਹੋਈ ਤਾਂ ਉਹਨਾਂ ਨੇ ਵਰਕਆਊਟ ਕੀਤਾ ਕਿ ਤਕਰੀਬਨ 35,000 ਕਰੋੜ ਰੁਪਏ ਦਾ ਐਡੀਸ਼ਨਲ ਬਰਡਨ ਆਏਗਾ। ਅੱਜ ਜਿਹੜੀ ਮੈਂ ਤੁਹਾਨੂੰ ਚਾਰਟ ਗੱਲ ਕਰ ਰਿਹਾ ਜਾਂ ਡਾਟਾ ਆ ਚੁੱਕਾ ਹੈ, ਉਹ ਕਹਿੰਦਾ 36,150 ਕਰੋੜ ਦਾ ਬਰਡਨ ਆਏਗਾ। ਕਿਆ 36,150 ਕਰੋੜ ਨਾਲ ਜਿਹਦੇ ਨਾਲ ਕਿਸਾਨ ਦੀ ਇੱਕ ਇਨਕਮ ਗਰੋਥ ਹੁੰਦੀ ਹੈ ਜਾਂ ਇਕਨੋਮਿਕ ਗਰੋਥ ਹੁੰਦੀ ਹੈ, ਕਿਆ ਅਸੀਂ ਇਹ ਨਹੀਂ ਪ੍ਰੋਵਾਈਡ ਕਰ ਸਕਦੇ? ਅਸੀਂ 15 ਲੱਖ ਕਰੋੜ ਰੁਪਏ ਕਾਰਪੋਰੇਟ ਦਾ ਰਾਈਟ ਆਫ ਕਰ ਦਿੰਦੇ ਹੈਗੇ ਪਿਛਲੇ 10 ਸਾਲਾਂ ਵਿੱਚ, ਲੇਕਿਨ 36,000 ਕਰੋੜ ਰੁਪਏ ਦੇਣ ਵਾਸਤੇ ਤੁਸੀਂ ਦੇਖੋ ਕੋਈ ਇਕੋਨਮਿਸਟ ਨਹੀਂ ਖੜਾ ਹੁੰਦਾ ਬੋਲਣ ਵਾਸਤੇ, ਕੋਈ ਵਾਈਸ ਚਾਂਸਲਰ ਨਹੀਂ ਖੜਾ ਹੁੰਦਾ, ਕੋਈ ਚੀਫ ਮਿਨਿਸਟਰ ਨਹੀਂ ਖੜਾ ਹੁੰਦਾ ਕਿ ਵੀ ਇਹ 36,000 ਕਰੋੜ ਰੁਪਏ ਕਿਸਾਨਾਂ ਨੂੰ ਦਿਓ ਔਰ ਦੇਸ਼ ਦੀ ਖੁਸ਼ਹਾਲੀ ਹੋ ਜਾਏਗੀ। ਕਿਉਂ ਨਹੀਂ ਕਰ ਸਕਦੇ ਅਸੀਂ? ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹਦਾ ਸਭ ਤੋਂ ਜ਼ਿਆਦਾ ਰੋਲ ਜਿਹੜਾ ਹੈਗਾ ਉਹ 'ਚ ਮੀਡੀਆ ਦਾ ਹੈਗਾ। ਆਈ ਐਮ ਸ਼ੋਰ ਯੂ ਵਿਲ ਐਗਰੀ, ਕਿਉਂਕਿ ਮੀਡੀਆ ਇਸ ਗੱਲ ਨੂੰ ਬਿਲਕੁਲ ਨਹੀਂ ਕਰਦਾ ਹੈਗਾ ਔਰ ਇਸ ਕਰਕੇ ਸਾਨੂੰ ਇੱਕ ਤਰ੍ਹਾਂ ਦਾ ਇਗਨੋਰੈਂਸ ਹੋ ਜਾਂਦਾ ਜਾਂ ਸਾਨੂੰ ਨਹੀਂ ਪਤਾ ਚੱਲਦਾ ਕਿ ਕੀ ਹੋ ਰਿਹਾ। ਪਰ ਮੈਂ ਮੰਨਾਂਗਾ, ਤੁਸੀਂ ਮੰਨੋਗੇ ਕਿ ਅਗਰ ਮੀਡੀਆ ਇਸ ਗੱਲ ਨੂੰ ਆਪਣੇ ਪ੍ਰਾਈਮ ਸ਼ੋਅ 'ਚ ਲੈ ਕੇ ਆਏ ਕਿ 36,000 ਕਰੋੜ ਰੁਪਏ ਕਿਸਾਨਾਂ ਨੂੰ ਦੇਣ ਨਾਲ ਸਾਡੇ ਕਿਸਾਨ ਨੂੰ ਜਿਹੜਾ ਕਿ ਇੱਕ ਜਿਹੜਾ ਕਹਿੰਦਾ ਇੱਕ ਐਸਾ ਪ੍ਰਾਈਸ ਮਿਲੇ ਜਿਹੜਾ ਥੋੜ੍ਹਾ ਜਿਹਾ ਜੋ ਅੱਜ ਡਿਸਟਰੈਸ ਪ੍ਰਾਈਸ ਵਿੱਚ ਹੈਗੇ ਉਹ ਤੋਂ ਨਿਕਲ ਕੇ ਬਾਹਰ ਉਸ ਪੋਜੀਸ਼ਨ 'ਚ ਆਉਣ। ਜਿਸ ਗਲਤ ਕੀ ਹੈਗਾ, ਪਰ ਬਿਕੋਜ਼ ਮੀਡੀਆ ਫੇਲ ਕਰ ਗਿਆ ਹੈ ਕਿਸਾਨਾਂ ਨੂੰ, ਇਸੇ ਕਰਕੇ ਕਿਸਾਨਾਂ ਨੂੰ 1 ਸਾਲ ਜਿਹੜਾ ਉੱਥੇ ਪ੍ਰੋਟੈਸਟ ਕਰਨਾ ਪਿਆ। ਉਹਨਾਂ ਨੂੰ ਸਮਝ ਆ ਗਿਆ ਕਿ ਨਾ ਤਾਂ ਐਕੈਡਮੀਆ ਸਾਡੇ ਨਾਲ ਹੈ, ਨਾ ਪੋਲੀਟੀਸ਼ੀਅਨ ਸਾਡੇ ਨਾਲ ਹੈਗੇ, ਨਾ ਮੀਡੀਆ ਸਾਡੇ ਨਾਲ ਹੈਗਾ। ਸਾਨੂੰ ਆਪਣੀ ਲੜਾਈ ਆਪਣੇ ਆਪ ਲੜਨੀ ਪਏਗੀ ਔਰ ਤਾਂ ਹੀ ਉਹਨਾਂ ਨੇ ਉਹ ਲੜਾਈ ਲੜੀ। ਉਹਦੇ ਬਾਅਦ ਕਿੱਥੇ ਤੱਕ ਪਹੁੰਚੇ, ਕਿੱਥੇ ਤੱਕ ਨਹੀਂ ਪਹੁੰਚੇ, ਉਹ ਅਲੱਗ ਗੱਲ ਹੈ, ਲੇਕਿਨ ਘੱਟ ਤੋਂ ਘੱਟ ਉਹਨਾਂ ਨੇ ਆਪਣਾ ਗੁੱਸਾ ਤਾਂ ਜ਼ਾਹਿਰ ਕੀਤਾ ਕਿ ਸਾਡੀ ਵੀ ਸੁਧ ਲਓ, ਇਹ ਕਹਿੰਦੇ ਸੀ। ਪਰ ਤੁਹਾਨੂੰ ਨਹੀਂ ਲੱਗਦਾ ਫਿਰ ਵੀ ਉਹੀ ਵਰਲਡ ਆਰਡਰ 'ਚ, ਕਿਉਂਕਿ ਮੀਡੀਆ ਫਿੱਟ ਆ ਅਤੇ ਮੀਡੀਆ ਵੀ ਉਸੇ ਵਰਲਡ ਆਰਡਰ 'ਚ ਉਹਨੂੰ ਪਤਾ ਕਿ ਕੀ ਪ੍ਰਮੋਟ ਕਰਨਾ ਕੀ ਨਹੀਂ ਕਰਨਾ ਹੈਗਾ, ਜਿੱਥੇ ਉਹ ਕਿਸਾਨ ਨੂੰ ਇਸੇ ਕਰਕੇ ਪ੍ਰਮੋਟ ਨਹੀਂ ਕਰਦੇ ਕਿਉਂਕਿ ਵਰਲਡ ਆਰਡਰ ਇਹ ਹੈਗਾ ਕਿ ਕਿਸਾਨਾਂ ਨੂੰ ਬਾਹਰ ਕਰੋ ਮਾਰਕੀਟ 'ਚੋਂ, ਕਿਸਾਨਾਂ ਨੂੰ ਇਸ ਪੂਰੇ ਬਿਜ਼ਨਸ 'ਚੋਂ ਬਾਹਰ ਕਰੋ, ਕਿਸਾਨਾਂ ਨੂੰ ਤੁਸੀਂ ਲੇਬਰ ਐਜ਼ ਏ ਲੈ ਕੇ ਆਓ ਮਾਰਕੀਟ 'ਚ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਜੋ ਤੁਸੀਂ ਕਹਿ ਰਹੇ ਹੋ ਕਿ ਸਾਡੀ ਪੋਲਿਸੀਜ਼ ਇਹ ਰਹੀਆਂ ਹੈਗੀਆਂ ਜਾਂ ਹੁਣ ਵੀ ਚੱਲ ਰਹੀ ਹੈਗੀਆਂ ਕਿ ਵੀ ਅਸੀਂ ਲੋਕਾਂ ਨੂੰ ਪੁਸ਼ ਕਰੀਏ, ਖੇਤਾਂ ਵਿੱਚੋਂ ਬਾਹਰ ਕੱਢੀਏ ਤਾਂ ਕਿ ਇੱਕ ਚੀਪਰ ਲੇਬਰ ਫੋਰਸ ਜਿਹੜੀ ਇੰਡਸਟਰੀ ਨੂੰ ਚਾਹੀਦੀ ਹੈ ਉਹ ਮਿਲੇਗੀ। ਉਹ ਕਿੱਥੋਂ ਮਿਲੇਗੀ? ਐਗਰੀਕਲਚਰ ਵਿੱਚੋਂ ਆਏਗੀ। ਪਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਾਡੇ ਐਗਰੀਕਲਚਰ ਦੇ ਜਿਹੜੇ ਆਮ ਕਿਸਾਨ ਹੈਗੇ ਜਾਂ ਜਿਹੜੇ ਲੀਡਰਸ ਹੈਗੇ ਆ, ਉਹਨਾਂ ਨੂੰ ਨਹੀਂ ਕਦੀ ਆਪਣਾ ਫੋਕਸ ਕਰਨਾ ਚਾਹੀਦਾ ਕਿ ਸਾਡੀ ਡਿਮਾਂਡ ਕੀ ਹੋਣੀ ਚਾਹੀਦੀ ਹੈ, ਸਾਨੂੰ ਕਿਸ ਤਰਫ ਜਾਣਾ ਚਾਹੀਦਾ ਹੈਗਾ। ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਆਫਟਰ ਆਲ ਕਿਸਾਨ ਅੰਦੋਲਨ ਵਿੱਚ ਤਾਂ ਉਹਨਾਂ ਨੇ ਇੱਕ ਇਸ਼ੂ ਐਗਰੀਕਲਚਰ ਨੂੰ ਲੈ ਕੇ ਆ ਗਏ ਸੀ ਨਾ, ਨੈਸ਼ਨਲ ਮੀਡੀਆ ਵਿੱਚ ਐਗਰੀਕਲਚਰ ਦੀ ਗੱਲ ਹੁੰਦੀ ਸੀ ਨਾ ਉਸ ਸਮੇਂ। ਹੁਣ ਵੀ ਕਰ ਸਕਦੇ ਹਾਂ ਜੇ ਸਾਡੇ ਕਿਤੇ ਨਾ ਕਿਤੇ ਜਿਹਨੂੰ ਅਸੀਂ ਕਹਿੰਦੇ ਹੈਗਾ ਕਿ ਜਿਹੜੀ ਕਿਸਾਨਾਂ ਦੀ ਲੀਡਰਸ਼ਿਪ ਹੈ ਉਹ ਉਸ ਤਰ੍ਹਾਂ ਫੋਕਸ ਕਰੇ ਜਿੱਥੇ ਅੱਜ ਜਾਣ ਦੀ ਜ਼ਰੂਰਤ ਹੈਗੀ ਹੈ। ਮੈਨੂੰ ਲੱਗਦਾ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਕਿਆ ਕਾਰਨ ਹੈਗਾ ਕਿ 2000 ਤੋਂ 2016 ਦੇ ਵਿੱਚ 45 ਲੱਖ ਕਰੋੜ ਰੁਪਏ ਦਾ ਨੁਕਸਾਨ ਇਸੀ OECD ਰਿਪੋਰਟ ਨੇ ਦੱਸਿਆ ਸੀਗਾ, ਕਿਤੇ ਚਰਚਾ ਨਹੀਂ ਹੋਈ।
ਕਿਤੇ ਚਰਚਾ ਨਹੀਂ। ਇੱਕ ਸਵਾਲ ਨਹੀਂ ਪੁੱਛਿਆ ਗਿਆ ਸਰ ਪਾਰਲੀਮੈਂਟ ਵਿੱਚ ਕਿ ਇਹ 45 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀਗਾ, ਕੀ ਸਰਕਾਰ ਕਰ ਰਹੀ ਉਹਦੇ ਉੱਪਰ, ਕਿ ਨਹੀਂ ਪੁੱਛਿਆ ਗਿਆ। ਸਟੇਟ ਅਸੈਂਬਲੀ 'ਚ ਕਿਤੇ ਡਿਸਕਸ ਨਹੀਂ ਹੋਇਆ, ਮੀਡੀਆ 'ਚ ਕਿਤੇ ਡਿਸਕਸ ਨਹੀਂ ਹੋਇਆ। ਇੱਕ ਦੋ ਲੋਕੀ ਹੋਣਗੇ ਮੇਰੇ ਵਰਗੇ ਜਿਹੜੇ ਲਿਖਦੇ ਸੀਗੇ ਜਾਂ ਬੋਲਦੇ ਸੀਗੇ, ਹੋਰ ਨਹੀਂ ਸੀਗੇ। ਦੀ ਪੁਆਇੰਟ ਆਮ ਟ੍ਰਾਈਂਗ ਟੂ ਮੇਕ ਇਸ ਕਿਸਾਨ ਜਥੇਬੰਦੀਆਂ ਵੀ ਨਹੀਂ ਉਠਾਉਂਦੀਆਂ ਉਹਨਾਂ ਨੂੰ। ਇਹ ਵੀ ਮੈਨੂੰ ਸਮਝ ਨਹੀਂ ਆਉਂਦਾ ਕਿ ਵੀ ਕੀ ਕਾਰਨ ਹੈ ਕਿ 45 ਲੱਖ ਕਰੋੜ ਰੁਪਏ ਨੁਕਸਾਨ ਕੋਈ ਛੋਟਾ ਮੋਟਾ ਨੁਕਸਾਨ ਨਹੀਂ ਸੀਗਾ ਸਰ, ਉਹਦੇ ਉੱਪਰ ਵੀ ਚਰਚਾ ਨਹੀਂ ਹੁੰਦੀ ਹੈ, ਮੂਵਮੈਂਟਸ ਵਿੱਚ ਵੀ ਨਹੀਂ ਹੁੰਦੀ ਹੈਗੀ ਹੈ। ਸੋ ਕਿਤੇ ਨਾ ਕਿਤੇ ਉਹ ਰੀਥਿੰਕਿੰਗ ਹੋਣ ਦੀ ਜ਼ਰੂਰਤ ਹੈਗੀ ਹੈ, ਹਰ ਲੈਵਲ ਤੇ ਹੋਣ ਦੀ ਜ਼ਰੂਰਤ ਹੈ। ਪਰ ਸਰ ਘਬਰਾਉਣਾ ਨਹੀਂ ਚਾਹੀਦਾ। ਮੈਂ ਇਸ ਗੱਲ ਤੇ ਹਿਤੈਸ਼ ਨਹੀਂ ਹੈ ਕਿ ਬਈ ਇਹ ਨਹੀਂ ਹੁੰਦਾ। ਆਈ ਥਿੰਕ ਦੀ ਇੰਪੋਰਟੈਂਟ ਪੁਆਇੰਟ ਇਸ ਕਿ ਆਪਾਂ ਉਸ ਗੱਲ ਨੂੰ ਰੇਜ਼ ਕਰੀਏ, ਆਪਾਂ ਉਠਾਈਏ ਉਸ ਗੱਲ ਨੂੰ। ਕਿਤੇ ਨਾ ਕਿਤੇ ਸਮਝ ਬਣਦੀ ਹੈ ਦੇਸ਼ ਦੀ ਔਰ ਉਸ ਤਰਫ ਮੂਵ ਕਰਦਾ ਸਰ। ਤੁਹਾਨੂੰ ਲੱਗਦਾ ਹੈਗਾ ਕਿ ਅੱਜ ਨਹੀਂ ਤੇ ਕੱਲ ਕੋਈ ਦਿਨ ਤਾਂ ਹੋਏਗਾ ਜਦੋਂ ਕਿਸਾਨ ਇਕਨੋਮੀ ਦੇ ਸੈਂਟਰ 'ਚ ਹੋਏਗਾ? ਕੋਈ ਚਾਰਾ ਨਹੀਂ ਹੈ ਜੀ, ਕੋਈ ਚਾਰਾ ਨਹੀਂ ਹੈ। ਔਰ ਮੈਨੂੰ ਯਾਦ ਹੈ ਕਿ ਜਦ ਸਵਾਮੀਨਾਥਨ ਕਮਿਸ਼ਨ ਜਦ ਬਣਿਆ ਹੈਗਾ, ਨੈਸ਼ਨਲ ਫਾਰਮਰਸ ਕਮਿਸ਼ਨ ਜਦ ਬਣਿਆ ਸੀਗਾ, ਤਾਂ ਜਦ ਉਹਨਾਂ ਨੇ ਮੈਨੂੰ ਪਹਿਲੀ ਵਾਰੀ ਕਿਹਾ ਕਿ ਤੁਸੀਂ ਇੱਕ ਡਰਾਫਟ ਲਿਖੋ ਸਾਡੇ ਵਾਸਤੇ, ਤਾਂ ਉਹਦੇ ਵਿੱਚ ਬਹੁਤ ਕਲੀਅਰ ਸੀਗਾ ਮੈਨੂੰ ਮੈਸੇਜ ਪ੍ਰੋਫੈਸਰ ਸਵਾਮੀਨਾਥਨ ਦਾ ਕਿ ਇਸ ਕਿਸਾਨ ਨੂੰ ਸੈਂਟਰ 'ਚ ਰੱਖ ਕੇ ਤੁਸੀਂ ਉਹ ਸੋਚ ਆਪਣੀ ਉੱਤੇ ਪ੍ਰਗਟ ਕਰਨੀ ਹੈਗੀ ਹੈ। ਇਹ ਅਲੱਗ ਗੱਲ ਹੈ ਕਿ ਕੁਝ ਦਿਨਾਂ ਬਾਅਦ ਮੈਨੂੰ ਕਿਹਾ ਗਿਆ ਕਿ ਨਹੀਂ, ਕਿਸੇ ਹੋਰ ਨੇ ਸਰਕਾਰ ਵਿੱਚੋਂ ਕਿ ਵੀ ਤੁਸੀਂ ਸਾਰੇ ਸਟੇਕ ਹੋਲਡਰਸ ਦਾ ਇੰਟਰਸਟ ਉਹ 'ਚ ਦਿਖਾਉਣਾ ਹੈਗਾ। ਸੋ ਦੈਨ ਆਈ ਸੈਡ ਕਿ ਆਮ ਸੌਰੀ, ਮਤਲਬ ਮੈਂ ਨਹੀਂ ਲਿਖ ਪਾਵਾਂਗਾ, ਕਿਸੇ ਹੋਰ ਨੂੰ ਬੋਲੋ ਜਾਂ ਜੋ ਵੀ ਤੁਸੀਂ ਕਮਿਸ਼ਨ ਅੱਗੇ ਕੰਮ ਕਰਨਾ। ਮਤਲਬ ਮੇਰਾ ਕਹਿੰਦਾ ਸੋਚ ਸੀਗੀ, ਸਵਾਮੀਨਾਥਨ ਦੀ ਸੋਚ ਸੀਗੀ ਨਾ। ਉਹਨਾਂ ਨੇ ਕਿਹਾ ਮੈਨੂੰ ਕਿ ਵੀ ਤੁਸੀਂ ਕਿਸਾਨ ਨੂੰ ਸੈਂਟਰ ਰੱਖ ਕੇ ਫਿਰ ਤੁਸੀਂ ਇਕਨੋਮਿਕ ਪੋਲਿਸੀਜ਼ ਕੀ ਹੋਣੀ ਚਾਹੀਦੀ ਆ ਉਹਦਾ ਤੁਸੀਂ ਸੋਚ ਰੱਖੋ ਜਾਂ ਪ੍ਰੈਜ਼ੈਂਟ ਕਰੋ। ਤਾਂ ਇਹਦਾ ਮਤਲਬ ਕਿ ਦੇਰ ਆਰ ਰਾਈਟ ਕਾਈਂਡ ਆਫ ਥਿੰਕਰਸ, ਹੈ ਨਾ ਜੀ। ਲੇਕਿਨ ਉਹ ਕਦ ਉਹਨੂੰ ਮੇਨ ਸਟ੍ਰੀਮ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਕਿ ਉਹ ਆਏਗਾ, ਆਈ ਥਿੰਕ ਦੈਟ ਟਾਈਮ ਇਜ਼ ਅ ਫੈਕਟਰ। ਧੰਨਵਾਦ ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਸਰ।